दंडौत बंदन अनक बार। सर्ब कला समरथ डोलन ते राखो प्रभु। नानक दे कर हथ विसर नाही दातार। अपना नाम देहो गुण गावा दिन रात। नानक चाओ एहो तुद आगे अरदास हमारी। जियो पिंड सब तेरा कहो नानक सब तेरी वड्याई। कोई नौ ना जाने है मेरा बिन तुद होर जे मंगना। सिर दुखां के दुख देहो नाम संतोखिया। उतर है मन की भुख परम सत्कारयोग सतगुरां दी साजी निवाजी गुरु रूप गुरु खालसा गुरु सवारी साध संगत जी। आपां जितने भी माई भाई दूरों नेड़ियों चल के श्री गुरु ग्रंथ साहिब महाराज जियां दे पावन पवित्र चरनां विच अपने समय ते सवासां नूं सफल करन वास्ते गुरुद्वारा श्री गुरु नानक दरबार साहिब पिंड पंजेटा विखे हाजरी भरन वास्ते आए हो। बहुत ही बड़े भागां वाले हो। सतगुरां दे पावन पवित्र चरनां विच सतगुरां दे महावाक अनुसार जिन्हां दे अत दे भाग चंगे, जिन्हां ने पिछले जन्मां विच भी ते ऐस जन्म दे विच भी पुन दान करिया, सेवा सिमरन कीता, उस अकाल पुरख वाहिगुरु दी बंदगी कीती, ओही इंसान सतगुरु गुरु ग्रंथ साहिब महाराज जियां दे पावन पवित्र चरनां विच आ सकदा। क्योंकि गुरबाणी का कथन है, पातशाह कहंदे पूर्व करम अंकुर जब प्रगटे
ਪਿਛਲੇ ਜਨਮਾਂ ਦੇ ਵਿੱਚ ਕੋਈ ਚੰਗਾ ਕਰਮ ਕੀਤਾ। ਪਾਤਸ਼ਾਹ ਕਹਿੰਦੇ ਪੂਰਵ ਕਰਮ, ਪੂਰਵ ਦਾ ਅਰਥ ਪਿਛਲੇ ਸਮਿਆਂ ਦੇ ਵਿੱਚ, ਪਿਛਲੇ ਸਮਿਆਂ ਦੇ ਵਿੱਚ ਕੋਈ ਚੰਗਾ ਕਰਮ ਕਰਿਆ। ਮਹਾਰਾਜ ਕਹਿੰਦੇ ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਜਦੋਂ ਧਰਤੀ ਦੇ ਵਿੱਚ ਅੰਕੁਰ ਨਾਮ ਛੋਟਾ ਬੀਜ ਧਰਤੀ ਦੇ ਵਿੱਚ ਬੋਇਆ ਜਾਂਦਾ, ਭਾਵ ਬੀਜਿਆ ਜਾਂਦਾ, ਉਹ ਹੌਲੀ ਹੌਲੀ ਵੱਧਦਾ ਫੁੱਲਦਾ, ਇੱਕ ਦਿਨ ਵਧੀਆ ਦਰਖਤ ਬਣ ਜਾਂਦਾ ਤੇ ਫਲ ਅਤੇ ਫੁੱਲ ਦੇਣ ਦੇ ਕਾਬਿਲ ਹੋ ਜਾਂਦਾ। ਮੇਰੀ ਬੇਨਤੀ ਧਿਆਨ ਨਾਲ ਸੁਣਿਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ, ਪਾਤਸ਼ਾਹ ਕਹਿੰਦੇ ਪੂਰਬ ਕਰਮ, ਪੂਰਬਲੇ ਕਰਮਾਂ ਦਾ ਇੱਕ ਅੰਕਰ ਛੋਟਾ ਬੀਜ ਸਾਡੇ ਇਸ ਸਰੀਰ ਰੂਪੀ ਧਰਤੀ ਦੇ ਵਿੱਚ ਬੀਜਿਆ। ਉਹ ਸਾਧ ਸੰਗਤ ਹੌਲੀ ਹੌਲੀ ਵਧਿਆ ਫੁੱਲਿਆ, ਅੱਜ ਉਹ ਫਲ ਮਿਲਿਆ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਬੈਠਣ ਦਾ। ਆਪਣੀ ਸਾਰੀ ਜ਼ਿੰਦਗੀ ਦੀ ਘਾਲ ਕਮਾਈ, ਫਰਜ਼ ਸਾਡਾ ਬਣਦਾ ਕਿ ਹੌਲੀ ਹੌਲੀ ਅੱਜ ਮਨ ਬੀਜ ਬੀਜਿਆ, ਕੱਲ ਨੂੰ ਉਹ ਮਾੜਾ ਜਿਹਾ ਪੌਦਾ ਬਾਹਰ ਆਇਆ, ਹੌਲੀ ਹੌਲੀ ਉਹਨੇ ਇੱਕ ਨਾ ਇੱਕ ਦਿਨ ਜੇ ਉਹਦੀ ਪਾਲਣਾ ਪੋਸ਼ਣਾ, ਉਹਦੀ ਦੇਖ ਰੇਖ ਢੰਗ ਨਾਲ ਕੀਤੀ ਜਾਵੇ ਤਾਂ ਹੀ ਫਲ ਦੇਣ ਦੇ, ਫੁੱਲ ਦੇਣ ਦੇ ਯੋਗ ਬਣਦਾ। ਇਸੇ ਤਰ੍ਹਾਂ ਹੀ ਆ ਜਿਹੜਾ ਸਾਡਾ ਸਰੀਰ ਆ, ਇਹ ਵੀ ਇੱਕ ਧਰਤੀ ਆ। ਪਾਤਸ਼ਾਹ ਨੇ ਅੰਮ੍ਰਿਤ ਬਾਣੀ ਦੇ ਵਿੱਚ ਇਸ ਸਰੀਰ ਦੇ ਬਾਰੇ ਅੰਕਿਤ ਕੀਤਾ। ਮਹਾਰਾਜ ਕਹਿੰਦੇ ਇਸ ਧਰਤੀ ਦੇ ਵਿੱਚ ਤੂੰ ਨਾਮ ਬੀਜ, ਬੀਜਣਾ ਨਾਮ ਆ। ਪਾਤਸ਼ਾਹ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ, ਤੂੰ ਨਾਮ ਨੂੰ ਬੀਜ। ਸਾਡੇ ਮਨ ਵਿੱਚ ਕਈ ਵਾਰੀ ਇਹ ਖਿਆਲ ਆ ਜਾਂਦਾ ਕਿ ਜੀ ਜੇ ਅਸੀਂ ਨਾਮ ਬੀਜਾਂਗੇ ਮਿਲੂ ਕੀ। ਸਾਡੇ ਮਨਾਂ 'ਚ ਸਭ ਤੋਂ ਪਹਿਲਾਂ, ਕਿਉਂਕਿ ਜਿਹੜੀ ਸਾਡੀ ਬਿਰਤੀ ਆ, ਇਹ ਸਾਡੀ ਬਿਰਤੀ ਵਪਾਰੀ ਬਿਰਤੀ ਆ। ਪਹਿਲਾਂ ਸੋਚਦੇ ਆ ਕੀ ਘਾਟਾ ਹੋਊਗਾ, ਕੀ ਵਾਧਾ ਹੋਊਗਾ। ਪਾਤਸ਼ਾਹ ਕਹਿੰਦੇ ਤੂੰ ਫਲ ਦੀ ਇੱਛਾ ਨਾ ਰੱਖ। ਦੁਆਪਰ ਯੁੱਗ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਸ੍ਰੀ ਅਰਜਨ ਜੀ ਨੂੰ ਉਪਦੇਸ਼ ਦਿੱਤਾ। ਸਵਾਲ ਕੀਤਾ, ਮਹਾਰਾਜ ਜੇ ਮੈਂ ਚੰਗੇ ਕਰਮ ਕਰਾਂਗਾ ਤਾਂ ਮਿਲੂਗਾ ਕੀ। ਤਾਂ ਕ੍ਰਿਸ਼ਨ ਜੀ ਮਹਾਰਾਜ ਕਹਿਣ ਲੱਗੇ, ਹੇ ਅਰਜੁਨ ਤੂੰ ਕਰਮ ਕਰ, ਸਾਡਾ ਫਰਜ਼ ਹੈ ਕੇਵਲ ਕਰਮ ਕਰਨ ਦਾ। ਕ੍ਰਿਸ਼ਨ ਜੀ ਕਹਿੰਦੇ ਅਰਜੁਨ ਤੂੰ ਕਰਮ ਕਰ, ਫਲ ਦੀ ਇੱਛਾ ਨਾ ਰੱਖ। ਫਲ ਤਾਂ ਸਤਿਗੁਰਾਂ ਨੇ, ਪਰਮੇਸ਼ਰ ਪਰਮਾਤਮਾ ਭਗਵਾਨ ਨੇ ਆਪਣੇ ਆਪ ਦੇ ਦੇਣਾ, ਉਹਨੇ ਆਪਣੇ ਆਪ ਦੇ ਦੇਣਾ।
ਇੱਕ ਮੈਂ ਉਦਾਹਰਨ ਦੇ ਕੇ ਫਿਰ ਅੱਗੇ ਚੱਲਾਂ। ਘਰਾਂ ਦੇ ਵਿੱਚ ਇੱਕ ਪੌਦਾ ਆਪਾਂ ਅਮਰੂਦ ਦਾ ਲਾਈਦਾ, ਕੋਈ ਹੋਰ ਫਲ ਦਾ ਬੂਟਾ ਘਰ ਦੇ ਵਿੱਚ ਲਾਇਆ, ਗੁਰਮੁਖੋ ਉਹ ਜਿਉਂ ਹੀ ਲਾਇਆ ਉਹਨੇ ਉਦੋਂ ਹੀ ਫਲ ਨਹੀਂ ਦੇਣਾ। ਜਿਹੜਾ ਬੂਟਾ ਆਪਾਂ ਧਰਤੀ ਦੇ ਵਿੱਚ ਅੱਜ ਲਾਇਆ, ਸ਼ਾਇਦ ਗੱਲ ਸੌਖੀ ਸਮਝ ਆ ਜਾਵੇ। ਕਿਸਾਨ ਵੀਰਾਂ ਨੇ ਮੇਰੇ ਖਿਆਲ 3-4 ਮਹੀਨੇ ਪਹਿਲਾਂ ਆ ਫਸਲ ਬੀਜੀ ਸੀ ਚੌਲ ਦੀ, ਪਹਿਲਾਂ ਪਨੀਰੀ ਲਾਈ, ਉਹਨੂੰ ਉਦੋਂ ਹੀ ਫਲ ਨਹੀਂ ਲੱਗਿਆ, ਫਲ ਉਹਨੂੰ ਅੱਜ ਲੱਗ ਰਿਹਾ। ਸਮਾਂ ਲੱਗਦਾ। ਜਿਵੇਂ ਅਰਜਨ ਜੀ ਨੂੰ ਕਿਹਾ ਕ੍ਰਿਸ਼ਨ ਜੀ ਮਹਾਰਾਜ ਨੇ, ਕਹਿੰਦੇ ਤੂੰ ਫਲ ਦੀ ਇੱਛਾ ਨਾ ਰੱਖ, ਤੂੰ ਕਰਮ ਕਰ। ਪਰ ਅਸੀਂ ਕਰਮ ਨਹੀਂ ਕਰਦੇ। ਸਾਡਾ ਫਰਜ਼ ਹੈ ਕਰਮ ਕਰਨਾ। ਕਰਮ ਕੀ ਕਰਨਾ? ਮਹਾਰਾਜ ਕਹਿੰਦੇ ਤੂੰ ਬਾਣੀ ਪੜਿਆ ਕਰ, ਸੇਵਾ ਸਿਮਰਨ ਨਿਤਨੇਮ ਕਰਿਆ ਕਰ, ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਿਆ ਕਰ। ਕਿਉਂ? ਅੱਜ ਬੰਦਗੀ ਕਰਾਂਗੇ, ਅੱਜ ਆਪਾਂ ਬੰਦਗੀ ਕਰਾਂਗੇ, ਇੱਕ ਦਿਨ ਹੌਲੀ ਹੌਲੀ ਉਹ ਸਮਾਂ ਆ ਜਾਣਾ ਜਿੱਦਣ ਮਹਾਰਾਜ ਨੇ ਆਪਾਂ ਨੂੰ ਪਤਾ ਨਹੀਂ ਕਿੰਨੇ ਕਰਮਾਂ ਦਾ ਫਲ ਦੇ ਦੇਣਾ, ਆਪਾਂ ਅੰਦਾਜ਼ਾ ਨਹੀਂ ਲਾ ਸਕਦੇ। ਤਦੇ ਹੀ ਮੈਂ ਜਿੱਥੋਂ ਆਰੰਭਤਾ ਕੀਤੀ, ਪਾਤਸ਼ਾਹ ਕਹਿੰਦੇ ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਕਰਿਆ ਫਲ ਪਿਛਲੇ ਜਨਮਾਂ 'ਚ, ਪਿਛਲੇ ਸਮੇਂ 'ਚ ਕਹਿ ਲੋ, ਉਹਦਾ ਫਲ ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਵੈਰਾਗੀ। ਭੇਟਿਓ ਦਾ ਅਰਥ ਮਿਲ ਜਾਣਾ, ਦਰਸ਼ਨ ਹੋ ਜਾਣੇ। ਕਿਸੇ ਪੂਰਨ ਸਾਧੂ ਸੰਤਾਂ ਮਹਾਂਪੁਰਖਾਂ ਦੇ ਦੇਖੋ, ਕਿਸੇ ਲਿਵਾਸ ਦਾ ਨਾਮ ਸੰਤ ਨਹੀਂ। ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ 'ਚ ਬੇਨਤੀ ਕਰਦੇ ਆ, ਕਿਸੇ ਲਿਵਾਸ ਦਾ ਨਾਮ ਸੰਤ ਨਹੀਂ। ਸੰਤ ਦਾ ਕੁਝ ਡੈਫੀਨੇਸ਼ਨ, ਕੁਝ ਪਰਿਭਾਸ਼ਾ ਅਲੱਗ ਆ। ਉਹ ਕਿਹੜੀ ਆ? ਪਾਤਸ਼ਾਹ ਕਹਿੰਦੇ ਜਿੰਨਾ ਸਾਸ ਗਿਰਾਸ ਨਾ ਵਿਸਰੈ। ਸਤਿਗੁਰੂ ਜੀ ਸੰਤ ਬਾਰੇ ਦੱਸਦੇ ਨੇ। ਚੋਲਾ ਤਾਂ ਚਲੋ ਮੇਰੇ ਵਰਗੇ ਵੀ ਕੋਈ ਬਹੁਤੀ ਵੱਡੀ ਗੱਲ ਨਹੀਂ ਪਾ ਲੈਣਾ। ਚੋਲਾ ਪਾਉਣਾ ਹੋਰ ਗੱਲ ਆ, ਸੰਤ ਬਣਨਾ ਬਹੁਤ ਵੱਡੀ ਗੱਲ ਆ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਹਰ ਵੇਲੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਸਾਹ ਅੰਦਰ ਨੂੰ ਲੈਣਾ ਤਾਂ ਵੀ ਸਤਿਗੁਰ ਯਾਦ ਰਹੇ, ਸਾਹ ਬਾਹਰ ਨੂੰ ਆਵੇ ਤਾਂ ਵੀ ਵਾਹਿਗੁਰੂ ਯਾਦ ਆਵੇ। ਫਿਰ ਸੁਣਿਓ, ਪਾਤਸ਼ਾਹ ਕਹਿੰਦੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਜਿਨ੍ਹਾਂ ਨੂੰ ਹਰ ਸਾਹ ਦੇ ਨਾਲ ਪਰਮੇਸ਼ਰ ਪਰਮਾਤਮਾ ਨਹੀਂ ਵਿਸਰਦਾ, ਉਹ ਕੌਣ ਨੇ? ਮੇਰੀ ਗੱਲ ਨਾ ਮੰਨਿਓ। ਇਹ ਨਹੀਂ ਕਿ ਦੁਨੀਆ ਤੇ ਦੇਖੋ ਦੋ ਹੀ ਪੱਖ ਨੇ, ਦੁਨੀਆ ਤੇ ਦੋ ਹੀ ਪੱਖ ਨੇ। ਇੱਕ ਆਪਾਂ ਨੇ ਸਿੱਕਾ ਲੈ ਲਿਆ, ਭਾਵੇਂ 5 ਦਾ 10 ਦਾ ਜੋ ਵੀ ਹੈ, ਉਹਦੇ ਦੋ ਹੀ ਪਹਿਲੂ ਨੇ। ਜੇ ਦੋ ਹੀ ਪਾਸੇ ਪੂਰੇ ਨੇ ਤਾਂ ਚੱਲਣਾ, ਜੇ ਇੱਕ ਪਾਸਾ ਨਹੀਂ ਸਹੀ ਉਹਨੇ ਨਹੀਂ ਚੱਲਣਾ, ਉਹਨੇ ਨਹੀਂ ਚੱਲਣਾ। ਕਿਉਂ? ਕਿਉਂਕਿ ਇੱਕ ਪਹਿਲੂ ਨਹੀਂ ਚੱਲਦਾ। ਜਿਵੇਂ ਦਿਨ ਹੈ ਤੇ ਰਾਤ ਵੀ ਆ, ਸੁੱਖ ਨੇ ਤੇ ਦੁੱਖ ਵੀ ਆ,
ਪੁੰਨ ਹੈ ਤੇ ਪਾਪ ਵੀ ਆ। ਇਸੇ ਤਰ੍ਹਾਂ ਹੀ ਇਸ ਸੰਸਾਰ ਤੇ ਮੈਨੂੰ ਇੱਕ ਕਹਿੰਦਾ, ਭਾਈ ਸਾਹਿਬ ਤੁਸੀਂ ਬੜਾ ਜ਼ੋਰ ਲਾਇਆ, ਸੰਤ ਆਏ ਹੁੰਦੇ ਨੇ ਜੀ, ਸੰਤ ਆ ਹੁੰਦੇ ਨੇ। ਕਹਿੰਦੇ ਮੈਂ ਤਾਂ ਜਿੰਨੇ ਵੀ ਦੇਖੀ ਨੇ ਪਖੰਡੀ ਹੁੰਦੇ ਨੇ। ਮੈਂ ਕਿਹਾ ਗੱਲ ਤੇਰੀ ਸਹੀ ਆ, ਐਸੀ ਗੱਲ ਨਹੀਂ ਕੋਈ। ਕਿਉਂ? ਦੁਨੀਆ ਤੇ ਗੁਰਮੁਖੋ ਸੋਨਾ ਵੀ ਵਿਕਦਾ, ਸੋਨਾ ਵੀ ਆ, ਧਿਆਨ ਦਿਓ, ਤੇ ਸੰਸਾਰ ਤੇ ਪਿੱਤਲ ਵੀ ਆ। ਇਹ ਨਹੀਂ ਕਿ ਕੱਲਾ ਹੀ ਪਿੱਤਲ ਆ, ਸੋਨਾ ਨਹੀਂ, ਇਹ ਨਹੀਂ ਕਹਿ ਸਕਦੇ। ਇੱਥੇ ਗੁਰਮੁਖੋ ਨਾਮ ਜਪਣ ਵਾਲੀਆਂ ਰੂਹਾਂ ਵੀ ਬਹੁਤ ਨੇ, ਬੰਦਗੀ ਕਰਨ ਵਾਲੇ, ਸੇਵਾ ਸਿਮਰਨ ਕਰਨ ਵਾਲੇ ਵੀ ਬਹੁਤ ਨੇ। ਪਰ ਗੁਰਮੁਖੋ ਐਸੀ ਗੱਲ ਨਹੀਂ, ਇਸ ਦੁਨੀਆ ਤੇ ਪਖੰਡੀ ਵੀ ਬਹੁਤ ਨੇ। ਸਾਰੇ ਇੱਕੋ ਜਿਹੇ ਨਹੀਂ। ਓਏ ਹਰ ਕੇ ਸੰਤ ਨਾ ਆਖੀਐ, ਬਨਾਰਸ ਕੇ ਠੱਗ। ਕੌਣ? ਪਾਤਸ਼ਾਹ ਕਹਿੰਦੇ ਜਿਹੜੇ ਨਾਮ ਨਹੀਂ ਜਪਦੇ, ਉਪਦੇਸ਼ ਦੂਜੇ ਨੂੰ ਕਰਦੇ ਨੇ। ਜਿਹੜੇ ਆਪ ਬੰਦਗੀ ਨਹੀਂ ਕਰਦੇ, ਦੂਜਿਆਂ ਨੂੰ ਕਹਿੰਦੇ ਤੁਸੀਂ ਹਰ ਵੇਲੇ ਬੈਠੋ। ਜਿਹੜੇ ਆਪ ਨਿਤਨੇਮ ਨਹੀਂ ਕਰਦੇ, ਮੇਰੇ ਵਰਗੇ, ਦੂਜਿਆਂ ਨੂੰ ਕਹਿੰਦੇ ਤੁਸੀਂ ਨਿਤਨੇਮ ਕਰੋ। ਪਾਤਸ਼ਾਹ ਕਹਿੰਦੇ ਉਹ ਪਖੰਡੀ ਨੇ। ਆਜੋ ਦੂਜੇ ਪਹਿਲੂ ਤੇ, ਜਿਹਦੀ ਗੱਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜੇ ਹਾਮੀ ਭਰਦੇ ਨੇ। ਪਾਤਸ਼ਾਹ ਕਹਿੰਦੇ ਉਹ ਨੇ ਕਿਹੜੇ ਜਿਨ੍ਹਾਂ ਨੂੰ ਹਰ ਵੇਲੇ ਪਰਮੇਸ਼ਰ ਦਾ ਨਾਮ ਯਾਦ ਰਹਿੰਦਾ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ, ਸੇ ਸਈ ਨਾਨਕਾ ਪੂਰਨ ਸਈ ਸੰਤ। ਪਾਤਸ਼ਾਹ ਕਹਿੰਦੇ ਇੱਕ ਉਹ ਵੀ ਨੇ ਜਿਨ੍ਹਾਂ ਨੂੰ ਹਰ ਵੇਲੇ ਹਰ ਸਮੇਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਯਾਦ ਆਉਂਦਾ। ਭਾਵ ਉਹ ਇੱਕ ਮਿੰਟ ਵੀ ਸਤਿਗੁਰ ਨੂੰ ਭੁੱਲਦੇ ਨਹੀਂ। ਕਿਉਂ? ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਤੀਵਰ ਇੱਛਾ, ਜਿਹੜੇ ਨਾਮ ਜਪਣ ਵਾਲੇ ਨੇ ਨਾ, ਬੰਦਗੀ ਕਰਦੇ ਨੇ, ਉਹਨਾਂ ਦੇ ਮਨ ਵਿੱਚ ਇੱਕ ਇੱਛਾ ਹਰ ਵੇਲੇ ਬਣੀ ਰਹਿੰਦੀ ਆ। ਉਹ ਕਿਹੜੀ? ਉਹ ਕਹਿੰਦੇ ਨੇ ਜੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਕਹਿੰਦੇ ਜੇ ਇੱਕ ਘੜੀ ਵੀ ਨਾ ਮਿਲੇ ਪਰਮੇਸ਼ਰ ਪਰਮਾਤਮਾ, ਇੱਕ ਘੜੀ ਵੀ ਸਤਿਗੁਰ ਦੇ ਦਰਸ਼ਨ ਨਾ ਹੋਣ, ਤਾਂ ਕਹਿੰਦੇ ਸਾਡੇ ਵਾਸਤੇ ਕਲਯੁਗ ਆ। ਹੁਣ ਦੇਖ ਲਓ ਆਪਾਂ ਕਿੰਨਾ ਕੁ ਸਮਾਂ ਬੰਦਗੀ ਕਰਦੇ ਆ, ਕਿੰਨਾ ਕੁ ਸਮਾਂ ਸਿਮਰਨ ਕਰਦੇ ਆ, ਕਿੰਨਾ ਕੁ ਸਮਾਂ ਭਜਨ ਬੰਦਗੀ ਸੇਵਾ ਸਿਮਰਨ ਨਿਤਨੇਮ ਕਰਦੇ ਆ। ਪਾਤਸ਼ਾਹ ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ, ਉਹ ਤਾਂ ਕਹਿੰਦੇ ਨੇ ਇੱਕ ਘੜੀ ਨਾ ਮਿਲੇ ਤਾਂ ਸਾਡੇ ਤੇ ਕਲਯੁਗ ਹਾਵੀ ਆ। ਕਲਯੁਗ ਸਾਡੇ ਵਾਸਤੇ, ਅਸੀਂ ਸਾਰੀ ਉਹ ਜ਼ਿੰਦਗੀ ਕੱਢਤੀ। ਦੇਖ ਲਓ ਫਿਰ ਗੁਰਮੁਖੋ ਸਾਡੇ ਤੇ ਕਿੰਨਾ ਕੁ ਕਲਯੁਗ ਦਾ ਪਹਿਰਾ ਹੋਊਗਾ, ਕਿੰਨਾ ਸਾਡੇ ਤੇ ਕਲਯੁਗ ਦਾ ਪਹਿਰਾ ਹੋਵੇਗਾ। ਤਦੇ ਹੀ ਪਾਤਸ਼ਾਹ ਕਹਿੰਦੇ ਤੂੰ ਹੁਣ ਨਾਮ ਜਪ, ਬੰਦਗੀ ਕਰਿਆ ਕਰ, ਹਰ ਵੇਲੇ ਸਿਮਰਨ ਕਰਿਆ ਕਰ, ਹਰ ਵੇਲੇ ਭਜਨ ਬੰਦਗੀ ਕਰਿਆ ਕਰ, ਨਾਮ ਜਪਿਆ ਕਰ। ਕਿਉਂਕਿ ਜਿਹੜਾ ਇਹ ਮਨੁੱਖਾ ਜਨਮ ਆ, ਇਹ ਵਾਰ-ਵਾਰ ਨਹੀਂ ਮਿਲਣਾ। ਇੱਕ ਵਾਰੀ ਸਾਨੂੰ ਸਮਾਂ ਮਿਲਿਆ ਭਜਨ ਬੰਦਗੀ ਕਰਨ ਦਾ, ਸਤਸੰਗ ਸੇਵਾ ਸਿਮਰਨ ਕਰਨ ਦਾ। ਕਿਉਂਕਿ ਗੁਰੂ ਗ੍ਰੰਥ ਸਾਹਿਬ, ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ ਬਾਹਰ ਨਹੀਂ ਜਾਵਾਂਗਾ। ਜੋ ਸਤਿਗੁਰ ਕਹਿੰਦੇ ਨੇ ਉਹ ਤੁਹਾਨੂੰ ਵੀ ਕਰਨਾ ਪਵੇਗਾ ਤੇ ਮੈਨੂੰ ਵੀ ਕਰਨਾ ਪਵੇਗਾ।
ਤੁਸੀਂ ਕਰੋਗੇ ਤੁਹਾਡੇ ਬੇੜੇ ਪਾਰ ਹੋ ਜਾਣਗੇ, ਅਸੀਂ ਕਰਾਂਗੇ ਗੁਰਮੁਖੋ ਸਾਡੇ ਬੇੜੇ ਪਾਰ ਹੋ ਜਾਣਗੇ। ਪਰ ਮੰਨਣਾ ਪੈਣਾ। ਪਾਤਸ਼ਾਹ ਕਹਿੰਦੇ ਇਹ ਜਿਹੜਾ ਮਨੁੱਖਾ ਜਨਮ ਮਿਲਿਆ, ਇਹ ਮਿਲਿਆ ਪਾਤਸ਼ਾਹ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਇਹ ਮਿਲਿਆ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਵਾਸਤੇ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਆ ਸਮਾਂ, ਆ ਮਨੁੱਖਾ ਜਨਮ ਆ ਜਿਹੜਾ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਵਾਸਤੇ ਮਿਲਿਆ। 83,99,999 ਜੂਨਾਂ ਹੋਰ ਵੀ ਨੇ, ਪਰ ਉਹ ਜੂਨਾਂ ਦੇ ਵਿੱਚ ਨਾਮ ਨਹੀਂ ਜਪਿਆ ਜਾ ਸਕਦਾ। ਉਹਨਾਂ ਜੂਨਾਂ ਦੇ ਵਿੱਚ ਨਾਮ ਨਹੀਂ ਜਪਿਆ ਜਾ ਸਕਦਾ। ਨਾਮ ਜਪਣ ਵਾਸਤੇ ਆ ਸਾਨੂੰ ਸ੍ਰੇਸ਼ਟ ਜੂਨੀ ਮਿਲੀ ਆ, ਜਿਹੜੀ ਗੁਰਮੁਖੋ ਜਿਹਨੂੰ ਆਪਾਂ ਮਾਨਸ ਜਨਮ ਕਹਿੰਦੇ ਆ, ਜਿਹਨੂੰ ਆਪਾਂ ਗੁਰਮੁਖੋ ਮਾਨਸ ਜਨਮ ਕਹੀਦਾ। ਇਹ ਹੈ ਹੁਣ ਇਸ ਜੂਨੀ ਦੇ ਵਿੱਚ ਰਹਿ ਕਰਕੇ ਪਾਤਸ਼ਾਹ ਕਹਿੰਦੇ ਤੂੰ ਨਾਮ ਜਪ। ਕਿਉਂ? ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹੀ ਸਮਾਂ, ਜੇ ਇਹ ਸਮਾਂ ਹੱਥੋਂ ਨਿਕਲ ਗਿਆ, ਪੌੜੀ ਛੁਟਕੀ ਹਾਥ ਨ ਆਵੇ ਅਹਿਲਾ ਜਨਮ ਗਵਾਇਆ। ਜੇ ਇੱਕ ਵਾਰੀ ਸਮਾਂ ਹੱਥੋਂ ਨਿਕਲ ਗਿਆ, ਫਿਰ ਗੁਰਮੁਖੋ ਇਹ ਸਮਾਂ ਬਾਰ-ਬਾਰ ਨਹੀਂ ਮਿਲਣਾ। ਮਹਾਪੁਰਖ ਕਹਿੰਦੇ ਹੁੰਦੇ ਸੀ, ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ, ਮੇਰੇ ਪਿਤਾ ਗੁਰਦੇਵ, ਕਹਿੰਦੇ ਇਸ ਬਾਕੀ ਜੂਨਾਂ ਨੂੰ ਭੋਗਣ ਵਾਸਤੇ ਤਕਰੀਬਨ 7.5 ਅਰਬ ਸਾਲ ਲੱਗ ਜਾਂਦੇ ਨੇ। ਸੁਣਿਓ, 7.5 ਅਰਬ ਸਾਲ ਲੱਗ ਜਾਂਦੇ ਨੇ ਉਹ ਜੂਨਾਂ ਭੋਗਣ ਵਾਸਤੇ। ਪਾਤਸ਼ਾਹ ਕਹਿੰਦੇ 7.5 ਅਰਬ ਸਾਲ ਤੋਂ ਬਾਅਦ ਵੀ ਸਮਾਂ ਮਿਲੇ ਨਾ ਮਿਲੇ ਕੋਈ ਗਰੰਟੀ ਨਹੀਂ। ਜੇ ਨਾਮ ਹੁਣ ਨਾਮ ਜਪਿਆ, ਜੇ ਹੁਣ ਬੰਦਗੀ ਨਾ ਕੀਤੀ, ਹੁਣ ਸੇਵਾ ਸਿਮਰਨ ਨਾ ਕੀਤਾ, ਫਿਰ ਮਹਾਰਾਜ ਕਹਿੰਦੇ ਕਦੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਵਰੀਆ, ਚਰੰਕਾਲ ਇਹ ਦੇਹ ਸਿੰਜਰੀਆ। ਇਹ ਮਾਨਸ ਜਨਮ ਆ ਜਿਹੜਾ ਗੁਰਮੁਖੋ ਹੁਣ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨ ਵਾਸਤੇ ਮਿਲਿਆ। ਤੂੰ ਗੁਰੂ ਦੀ ਬੰਦਗੀ ਕਰਿਆ ਕਰ, ਸੇਵਾ ਸਿਮਰਨ ਕਰਿਆ ਕਰ, ਨਾਮ ਜਪਿਆ ਕਰ। ਨਾਮਾ ਕਹੈ ਤਲੋਚਨਾ। ਕਈ ਵਾਰੀ ਸਵਾਲ ਕਰ ਦਿੰਦੇ ਨੇ, ਕਹਿੰਦੇ ਜੀ ਹਰ ਵੇਲੇ ਨਾਮ ਕਿਵੇਂ ਜਪੀਏ? ਕੰਮ ਵੀ ਕਰਨੇ ਨੇ, ਘਰ-ਬਾਰ ਵੀ ਦੇਖਣਾ, ਸਭ ਕੁਝ ਕਰਨਾ, ਨਾਮ ਹਰ ਵੇਲੇ ਕਿਵੇਂ ਜਪੀਏ? ਪਰ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਹਾਰਾਜ ਸੱਚੇ ਪਾਤਸ਼ਾਹ ਤੋਂ ਪੁੱਛਿਆ, ਪਾਤਸ਼ਾਹ ਕੀ ਹਰ ਵੇਲੇ ਨਾਮ ਜਪਿਆ ਜਾ ਸਕਦਾ? ਤਾਂ ਸਤਿਗੁਰ ਮਹਾਰਾਜ ਕਹਿਣ ਲੱਗੇ, ਹਾਂ। ਮਹਾਰਾਜ ਕਿਵੇਂ? ਤਾਂ ਸਤਿਗੁਰੂ ਜੀ ਮਹਾਰਾਜ ਕਹਿੰਦੇ, ਨਾਮਾ ਕਹਿ ਤਲੋਚਨਾ ਮੁਖ ਤੇ ਨਾਮ ਸੰਭਾਲ। ਨਾਮਾ ਕਹਿ ਤਲੋਚਨਾ ਮੁਖ ਤੇ ਨਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਕਰ। ਕੋਈ ਗੱਲ ਨਹੀਂ, ਕੋਈ ਨਹੀਂ ਰੋਕਦਾ।
ਸਭ ਤੋਂ ਪਹਿਲਾ ਸਿਧਾਂਤ ਹੀ ਇਹੀ ਹੈ ਗੁਰੂ ਨਾਨਕ ਦੇ ਦਰ ਦਾ, ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਕਿਰਤ ਵੀ ਕਰਨੀ ਹੈ, ਨਾਮ ਵੀ ਜਪਣਾ ਤੇ ਵੰਡ ਕੇ ਵੀ ਛਕਣਾ। ਸਿਧਾਂਤ ਇਹੀ ਆ। ਕੰਮ ਕਰਨ ਤੋਂ ਤਾਂ ਕਿਸੇ ਨੇ ਗੁਰਮੁਖੋ ਰੋਕਿਆ ਹੀ ਨਹੀਂ। ਹਾਂ, ਇੱਕ ਗੱਲ ਜ਼ਰੂਰ ਆ, ਪਾਤਸ਼ਾਹ ਕਹਿੰਦੇ ਧਰਮ ਦੀ ਕਿਰਤ ਕਰ। ਜਿਹੜੀ ਕਮਾਈ ਕਰਨੀ ਹੈ ਨਾ, ਉਹ ਧਰਮ ਦੀ ਕਰੀ, ਕਿਸੇ ਦਾ ਗਲ ਵੱਢਿਆ ਨਾ ਹੋਵੇ। ਕਮਾਈ ਧਰਮ ਦੀ ਕਰੀ। ਹੱਥ ਪਾਉ ਕਰ ਕਾਮ ਸਭ, ਕਰ ਲਾ ਜਿੰਨੇ ਕਰ ਹੁੰਦਾ, ਕੋਈ ਗੱਲ ਨਹੀਂ, ਕਰਿਆ ਕਰ, ਕਰਨਾ। ਹੱਥਾਂ ਪੈਰਾਂ ਦੇ ਨਾਲ ਕੰਮ ਕਰ। ਹੱਥ ਪਾਉ ਕਰ ਕਾਮ ਸਭ, ਪਰ ਯਾਦ ਰੱਖੀ ਚੀਤ ਨਿਰੰਜਨ ਨਾਲ। ਪਰ ਅੰਦਰੋਂ ਇੱਕੋ ਹੀ ਆਵਾਜ਼ ਆਵੇ, ਆ ਜਪਿਓ ਸਾਰੇ, ਥੋੜੇ ਸਮੇਂ ਵਾਸਤੇ ਸਿਮਰਨ ਕਰੀਏ, ਸਾਰੇ ਬੋਲਿਓ। ਕਿਉਂਕਿ ਬੋਲਣ ਦੇ ਨਾਲ ਰਸਨਾ ਪਵਿੱਤਰ ਹੁੰਦੀ ਆ। ਹਰ ਵੇਲੇ ਨਾਮ ਜਪਣਾ ਸਾਡਾ ਫਰਜ਼ ਆ। ਉੱਠਦੇ ਬਹਿੰਦੇ, ਭਾਵੇਂ ਰਾਤ ਹੋਵੇ, ਸ਼ਾਮ ਹੋਵੇ, ਸਵੇਰ ਹੋਵੇ, ਹਰ ਵੇਲੇ ਇੱਕੋ ਹੀ ਗੱਲ, ਹਰ ਵੇਲੇ ਮਨ ਦੇ ਵਿੱਚ ਇੱਕੋ ਹੀ ਹੋਵੇ ਕਿ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਬੋਲੋ ਸਾਰੇ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਗੱਜ ਕੇ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ
ਸਤਿਨਾਮ ਵਾਹਿਗੁਰੂ 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 ਧੰਨ ਗੁਰ ਨਾਨਕ ਤੂੰ ਹੀ ਤੂੰ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਧੰਨ ਗੁਰ ਨਾਨਕ ਤੂੰ ਹੀ ਤੂੰ ਸਤਿਨਾਮ ਵਾਹਿਗੁਰੂ ਗੁਰੂ ਨਾਨਕ ਤੂੰ ਹੀ ਤੂੰ ਸਤਿਨਾਮ ਵਾਹਿਗੁਰੂ ਧੰਨ ਗੁਰ ਨਾਨਕ ਤੂੰ ਹੀ ਤੂੰ ਸਤਿਨਾਮ ਵਾਹਿਗੁਰੂ ਧੰਨ ਗੁਰੂ ਨਾਨਕ ਤੂੰ ਹੀ ਤੂੰ ਸਤਿਨਾਮ ਵਾਹਿਗੁਰੂ 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 ਸਤਿਨਾਮ
ਸਤਨਾਮ ਵਾਹਿਗੁਰੂ। ਪਾਤਸ਼ਾਹ ਕਹਿੰਦੇ ਹਰ ਵੇਲੇ ਤੇਰੀ ਜ਼ੁਬਾਨ ਤੇ ਤੇਰੀ ਰਸਨਾ ਤੇ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੋਣਾ ਚਾਹੀਦਾ ਹਰ ਵੇਲੇ। ਕੰਮ ਜੋ ਮਰਜ਼ੀ ਕਰ, ਪਾਤਸ਼ਾਹ ਕਹਿੰਦੇ ਜਿਹੜਾ ਮਰਜ਼ੀ ਕੰਮ ਕਰ, ਪਰ ਤੇਰੀ ਰਸਨਾ ਤੇ ਤੇਰੇ ਅੰਦਰੋਂ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਹੋਣੀ ਚਾਹੀਦੀ ਆ। ਗੁਰਮੁਖੋ, ਮੈਂ ਕੋਲੋਂ ਨਹੀਂ ਕੁਝ ਕਹਿੰਦਾ, ਜਿੱਥੇ ਹੋਵਾਂ ਗਲਤ ਹੋਵਾਂ ਮੈਨੂੰ ਤੁਸੀਂ ਸਮਝਾ ਸਕਦੇ ਹੋ, ਬੱਚਾ ਤੁਹਾਡਾ। ਪਾਤਸ਼ਾਹ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਮਹਾਰਾਜ ਕਹਿੰਦੇ ਪ੍ਰਭੂ ਦੀ ਉਸਤਤ ਕਰ ਐ ਸੰਤ ਜਨੋ ਪਿਆਰਿਓ, ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰ। ਪ੍ਰਭ ਕੀ ਉਸਤਤ, ਉਸਤਤ ਕੀ ਹੈ? ਉਹਨੂੰ ਯਾਦ ਕਰਨਾ। ਉਸਤਤ ਕੀ ਹੈ? ਨਾਮ ਜਪਣਾ, ਬੰਦਗੀ ਕਰਨੀ, ਸੇਵਾ ਸਿਮਰਨ ਕਰਨਾ। ਗੁਰਮੁਖੋ, ਕਿਸੇ ਨੂੰ ਆਪਾਂ ਨੇ ਆਪਣੇ ਵੱਲ ਖਿੱਚ ਪਾਉਣੀ ਹੋਵੇ ਤਾਂ ਉਹਨੂੰ ਯਾਦ ਕਰਨਾ ਪੈਂਦਾ। ਉਹਨੂੰ ਯਾਦ ਕਰਨਾ ਪੈਂਦਾ ਹੈ ਨਾ ਸੰਸਾਰਿਕ ਤੌਰ ਤੇ। ਪਰੰਤੂ ਜਿਹਦੇ ਨਾਲ ਪ੍ਰੇਮ ਬਣ ਜਾਵੇ, ਜਿਹਦੇ ਨਾਲ ਸਾਡਾ ਪ੍ਰੇਮ ਬਣ ਗਿਆ, ਫਿਰ ਉਹਨੂੰ ਮਹਾਰਾਜ ਕਹਿੰਦੇ ਯਾਦ ਕਰਨ ਦੀ ਲੋੜ ਨਹੀਂ, ਫਿਰ ਉਹਦੀ ਯਾਦ ਸਹਿਜੇ ਆਉਂਦੀ ਰਹਿੰਦੀ ਆ। ਫਿਰ ਉਹਨੂੰ ਯਾਦ ਕਰਨ ਦੀ ਲੋੜ ਨਹੀਂ, ਉਹਦੀ ਯਾਦ ਆਪਣੇ ਆਪ ਆਉਂਦੀ ਆ। ਇਦਾਂ ਹੀ ਮਹਾਰਾਜ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਐ ਮੇਰੇ ਸੰਤ ਜਨੋ ਮਿੱਤਰ ਪਿਆਰਿਓ, ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਿਆ ਕਰ। ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਕਿਵੇਂ? ਸਾਵਧਾਨ ਇਕਾਗਰ ਚੀਤ। ਪਾਤਸ਼ਾਹ ਕਹਿੰਦੇ ਇਸ ਮਨ ਨੂੰ ਇਕਾਗਰ ਕਰਕੇ, ਇਸ ਮਨ ਨੂੰ ਟਿਕਾਓ ਕਰਕੇ ਟਿਕਣਾ ਜ਼ਰੂਰੀ ਹੈ। ਕਈ ਕੰਮ ਕਰੀਦੇ ਨੇ, ਮਨ ਵਿੱਚ ਟਿਕਾਓ ਨਾ ਹੋਵੇ, ਉਹਦੇ ਪ੍ਰਤੀ ਗੁਰਮੁਖੋ ਧਿਆਨ ਨਾ ਲੱਗੇ, ਕੰਮ ਗਲਤ ਹੋ ਜਾਂਦਾ ਨਾ। ਕਈ ਵਾਰੀ ਕਹਿ ਦਿੰਦਾ ਜੀ ਬੱਚੇ ਵੀ ਜੀ ਸਾਡਾ ਜੀ ਧਿਆਨ ਨਹੀਂ ਸੀ, ਤਾਂ ਹੀ ਗਲਤ ਕੰਮ ਹੋ ਗਿਆ ਨਾ, ਧਿਆਨ ਨਹੀਂ ਸੀ। ਪਾਤਸ਼ਾਹ ਕਹਿੰਦੇ ਜੋ ਵੀ ਕਰਨਾ ਗੁਰੂ ਦੀ ਉਸਤਤ ਕਰਨੀ ਹੈ ਨਾ, ਯਾਦ ਰੱਖੀ ਧਿਆਨ ਨਾਲ ਕਰੀ, ਸਾਵਧਾਨ ਹੋ ਕੇ ਕਰੀ। ਸਾਵਧਾਨ ਇਕਾਗਰ ਚਿੱਤ, ਮਨ ਨੂੰ ਇਕਾਗਰ ਚਿੱਤ ਕਰਕੇ ਫਿਰ ਬੰਦਗੀ ਕਰੀ। ਫਿਰ ਗੁਰਮੁਖੋ, ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਇਕਾਗਰ ਚਿੱਤ ਹੋ ਕੇ ਕਰਾਂਗੇ, ਮਨ ਨੂੰ ਸਾਵਧਾਨ ਕਰਕੇ ਕਰਾਂਗੇ ਨਾ, ਫਿਰ ਗੁਰਮੁਖੋ ਉਹਦਾ ਫਲ ਇੱਕ ਨਹੀਂ, ਪਤਾ ਨਹੀਂ ਕਿੰਨੇ ਗੁਣਾ ਫਲ ਮਿਲਦਾ, ਪਤਾ ਨਹੀਂ ਕਿੰਨਾ ਫਲ ਫਿਰ ਮਿਲਦਾ, ਕਿੰਨਾ ਸਤਿਗੁਰੂ ਜੀ ਫਲ ਦੇ ਦਿੰਦੇ ਨੇ। ਪਰ ਮਿਲੂ ਉਦੋਂ ਜਦੋਂ ਸਾਡਾ ਮਨ ਗੁਰੂ ਦੇ ਚਰਨਾਂ 'ਚ ਜੁੜਿਆ ਹੋਵੇਗਾ। ਗੱਲ ਤਾਂ ਮਨ ਜੋੜਨ ਦੀ ਆ, ਗੱਲ ਸਾਧ ਸੰਗਤ ਮਨ ਨੂੰ ਜੋੜਨ ਦੀ ਆ। ਆ ਸਰੀਰ ਆਪਾਂ ਬੈਠੇ ਆ, ਸਰੀਰ ਦੀ ਹਾਜ਼ਰੀ ਵੱਖਰੀ ਗੱਲ ਆ, ਪਰ ਜੋ ਸਾਧ ਸੰਗਤ ਆਤਮਾ ਤੇ ਪਰਮਾਤਮਾ ਦਾ ਮੇਲ ਹੈ ਨਾ, ਅਸਲ ਦੇ ਵਿੱਚ ਉਹਦਾ ਸੰਬੰਧ ਅੰਦਰ ਆਤਮਾ ਮਨ ਦੇ ਨਾਲ ਆ। ਉਹ ਤਾਂ ਅੰਦਰੋਂ ਜੁੜਨਾ। ਪਹਿਰਾਵਾ ਤਾਂ ਪਹਿਰਾਵੇ ਦੀ ਕੀ ਗੱਲ ਆ ਗੁਰੂ? ਪਹਿਰਾਵੇ ਨੇ ਸਾਨੂੰ ਭਵ ਜਲ ਸਾਗਰ ਸਮੁੰਦਰ ਪਾਰ ਨਹੀਂ ਕਰਨਾ। ਸੁਣਿਓ, ਆ ਜਿਹੜਾ ਸਾਡਾ ਪਹਿਰਾਵਾ, ਇਹਨੇ ਗੁਰਮੁਖੋ ਭਵ ਜਲ ਸਾਗਰ ਸਮੁੰਦਰ ਪਾਰ ਨਹੀਂ ਕਰਨਾ ਜਿੰਨਾ ਚਿਰ ਸਾਡੇ ਅੰਦਰ ਇਦਾਂ ਦੇ ਗੁਣ ਆਉਂਦੇ ਨਹੀਂ। ਗੁਣ ਜ਼ਰੂਰੀ ਨੇ, ਗੁਣ ਧਾਰਨ ਕਰ। ਫਿਰ ਗੁਰਮੁਖੋ ਮੈਂ ਦੁਹਰਾ ਦਿਆਂ, ਜਿੰਨਾ ਸਾਸ ਗਿਰਾਸ ਨਾ ਵਿਸਰੈ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਹਰ ਵੇਲੇ ਨਹੀਂ ਵਿਸਰਦਾ, ਭਾਵ ਅੰਦਰ ਗੁਣ ਪੈਦਾ ਹੋ ਗਏ,
ਜਿਨ੍ਹਾਂ ਦੇ ਗੁਰੂ ਦੇ ਪ੍ਰਤੀ ਅੰਦਰ ਗੁਣ ਬਣ ਗਏ, ਗੁਣ ਪੈਦਾ ਹੋ ਗਏ, ਉਹਨਾਂ ਦੀ ਗੱਲ ਸਤਿਗੁਰ ਕਰਦੇ ਨੇ, ਮੇਰੇ ਵਰਗੇ ਦੀ ਗੱਲ ਨਹੀਂ ਕਰਦੇ। ਪਾਤਸ਼ਾਹ ਉਹਨਾਂ ਦੀ ਗੱਲ ਕਰਦੇ ਨੇ ਜਿਨ੍ਹਾਂ ਨੂੰ ਹਰ ਵੇਲੇ ਗੁਰੂ ਭੁੱਲਦਾ ਹੀ ਨਹੀਂ, ਉਹ ਗੁਣ ਅੰਦਰ ਪੈਦਾ ਹੋ ਗਏ, ਸੱਚੇ ਗੁਣ, ਸਰਬ ਕਲਾ ਸੰਪੂਰਨ ਗੁਣ ਅੰਦਰ ਪੈਦਾ ਹੋ ਗਏ। ਫਿਰ ਪਾਤਸ਼ਾਹ ਕਹਿੰਦੇ ਤੈਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਕਿ ਮੈਂ ਸੰਤ ਹਾਂ। ਫਿਰ ਪਾਤਸ਼ਾਹ ਕਹਿਣਗੇ ਤੈਨੂੰ ਵੀ ਇਹ ਸੰਤ ਆ, ਆਖੋ ਸਤਨਾਮ। ਫਿਰ ਸਤਿਗੁਰ ਕਹਿਣਗੇ, ਸਤਿਗੁਰ ਕਹਿੰਦੇ ਨੇ ਆਪਦੇ ਪਿਆਰਿਆਂ ਨੂੰ ਵਡਿਆਈ ਦਿੰਦੇ ਨੇ। ਪਾਤਸ਼ਾਹ ਆਪਦੇ ਪਿਆਰਿਆਂ ਨੂੰ ਵਡਿਆਈ ਦੇ ਰਹੇ ਨੇ। ਕਿਉਂ? ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਨਹੀਂ ਵਿਸਰਦਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜਿਨ੍ਹਾਂ ਨੂੰ ਨਹੀਂ ਵਿਸਰਦਾ। ਹਰ ਨਾਮਾ ਮਨ ਮੰਤ ਧਨ, ਆਹਾ ਧਨ ਕਿਹਾ ਅਸੀਂ ਗੁਰਮੁਖੋ, ਪਾਤਸ਼ਾਹ ਨੇ ਸਾਨੂੰ ਧਨ ਕਿਹਾ। ਧਨ ਸੇ ਸਈ, ਪਾਤਸ਼ਾਹ ਕਹਿੰਦੇ ਉਹ ਧਨ ਨੇ, ਉਹ ਪਿਆਰੇ, ਉਹ ਸੇਵਕ, ਉਹ ਹਰੀ ਦੇ ਜਨ ਧਨ ਨੇ। ਧਨ ਸੇ ਸਈ ਨਾਨਕਾ ਪੂਰਨ ਸਈ ਸੰਤ। ਪਾਤਸ਼ਾਹ ਨੇ ਇੱਥੇ ਲਫ਼ਜ਼ ਵਰਤਿਆ ਪੂਰਨ, ਪੂਰਨ ਵਰਤਿਆ। ਕਿਉਂ? ਪਾਤਸ਼ਾਹ ਨੂੰ ਪਤਾ ਸੀ ਵੀ ਅਧੂਰੇ ਵੀ ਬਹੁਤ ਨੇ, ਆਖੋ ਸਤਨਾਮ। ਪੂਰੇ ਵੀ ਬੜੇ ਨੇ, ਤਾਂ ਪਾਤਸ਼ਾਹ ਨੇ ਪੂਰਨ ਸ਼ਬਦ ਵਰਤਿਆ ਨਾ। ਫਿਰ ਦੇਖ ਲਓ ਗੁਰਮੁਖੋ, ਜੇ ਇਹ ਭਵ ਜਲ ਸਾਗਰ ਸਮੁੰਦਰ ਚੋਂ ਪਾਰ ਹੋਣਾ ਨਾ, ਜੇ ਇਸ ਭਵ ਜਲ ਸਾਗਰ ਸਮੁੰਦਰ ਚੋਂ ਪਾਰ ਹੋਣਾ, ਤਾਂ ਮਹਾਰਾਜ ਕਹਿੰਦੇ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜ ਜਾ। ਇਹ ਉਹ ਮਹਾਨ ਬਾਣੀ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਗਿਆ ਭਈ ਅਕਾਲ ਕੀ। ਫਿਰ ਸੁਣਿਓ ਨਾਲ ਦੀ ਨਾਲ ਗੁਰਮੁਖੋ, ਅਰਥ ਆਪਣੇ ਆਪ ਸਮਝ ਆ ਜਾਂਦੇ ਨੇ ਜੇ ਕਿਤੇ ਬਾਣੀ ਨੂੰ ਪ੍ਰੇਮ ਨਾਲ ਪੜ੍ਹੀਏ। ਜੇ ਪਿਆਰ ਨਾਲ ਪੜ੍ਹੀਏ ਨਾ, ਸਮਝ ਆ ਜਾਂਦਾ ਵੀ ਪਾਤਸ਼ਾਹ ਸਾਨੂੰ ਕੀ ਕਹਿ ਰਹੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ, ਸਤਿਗੁਰੂ ਜੀ ਮਹਾਰਾਜ ਕੀ ਕਹਿ ਰਹੇ ਨੇ? ਪਾਤਸ਼ਾਹ ਕਹਿੰਦੇ ਆਗਿਆ ਭਈ ਅਕਾਲ ਕੀ। ਆਗਿਆ ਹੁਕਮ, ਭਈ ਅਕਾਲ ਕੀ। ਆਗਿਆ ਹੋਈ ਗੁਰੂ ਦੀ, ਪਰਮੇਸ਼ਰ ਪਰਮਾਤਮਾ ਦੀ, ਅਕਾਲ ਪੁਰਖ ਦੀ। ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ। ਤਾਂ ਚਲਾਇਆ, ਮਰਜ਼ੀ ਨਹੀਂ ਕੀਤੀ। ਗੁਰਮੁਖੋ, ਇਹ ਨਹੀਂ ਕਿ ਆਪਾਂ ਬਾਣੀ ਪੜ ਪੜ ਕੇ ਲੰਘਣਾ, ਕਿਤੇ ਵਿਚਾਰ ਲਈਏ, ਕਿਤੇ ਉਹਨੂੰ ਵਿਚਾਰ ਕਰ ਲਈਏ ਵੀ ਪਾਤਸ਼ਾਹ ਕਹਿੰਦੇ ਕੀ ਨੇ। ਫਿਰ ਸੁਣਿਓ, ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ। ਤਾਂ ਚਲਾਇਆ, ਮਹਾਰਾਜ ਕਹਿੰਦੇ ਇਹ ਨਿਰਮਲ ਪੰਥ। ਜਿਵੇਂ ਗੁਰੂ ਨਾਨਕ ਪਾਤਸ਼ਾਹ ਮਾਰਿਆ ਸਿੱਟਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਤਵੈ ਚਲਾਇਓ ਪੰਥ ਸਭ ਸਿੱਖਨ ਕੋ। ਆਹੋ, ਸੁਣੋ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿੰਦੇ ਨੇ। ਪਰ ਇੱਥੇ ਬੇਨਤੀ ਕਰਾਂ, ਅੱਜ ਕੱਲ ਦੇ ਗੁਰਮੁਖੋ ਚਾਰ ਕਿਤਾਬਾਂ ਪੜ੍ਹ ਕੇ, ਮੇਰੇ ਵਰਗੇ ਨਾ, ਜਿਹਨੂੰ ਆ ਜਗ੍ਹਾ ਤੇ ਇੰਨੀ ਕਿ ਉੱਚੀ ਸਟੇਜ ਤੇ ਬਹਿਣਾ ਆ ਗਿਆ ਨਾ, ਬਸ ਲਓ ਜੀ ਅਸੀਂ ਤਾਂ ਨਾ ਦਸਮ ਗ੍ਰੰਥ ਦੀ ਬਾਣੀ ਨੂੰ ਮੰਨੀਏ। ਇੱਕ ਮੈਂ ਵੀਡੀਓ ਦੇਖਦਾ ਸੀ, ਕਹਿੰਦੇ ਜੀ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਇਹ ਰਚਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਚੀ ਹੋਈ ਨਹੀਂ, ਆਖੋ ਸਤਨਾਮ। ਕਹਿੰਦੇ ਰਚੀ ਨਹੀਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਕਹਿੰਦੇ ਭਾਈ ਬਾਲਾ ਜੀ ਹੋਈ ਨਹੀਂ। ਹੱਦ ਹੋ ਗਈ ਗੁਰਮੁਖੋ। ਆਪੇ ਹੀ ਕਿਰਪਾਨ ਚੱਕੀ ਆ ਆਪਣੀ ਗੁਰਮੁਖੋ।
ਓਹੋ ਹੋ ਸਿੱਖੀ ਦੀਆਂ ਜੜਾਂ ਵੱਢਣ ਲੱਗੇ ਹੋਏ ਆ ਆਪੇ ਹੀ। ਆ ਸ਼ਾਇਦ ਗੱਲ ਸਮਝ ਆ ਜਾਵੇ, ਮੈਂ ਇੱਕ ਬੇਨਤੀ ਕਰਦਾ। ਭਾਰਤ ਤੇ ਪਾਕਿਸਤਾਨ ਆ ਨਾ, ਭਾਰਤ ਤੇ ਪਾਕਿਸਤਾਨ ਆਪਣਾ ਪੱਕਾ ਪਤਾ ਹੈ ਨਾ, ਆਪਣਾ ਦੁਸ਼ਮਣ ਹਮਲਾ ਕਰੇ ਵੱਖਰੀ ਪਤਾ ਵੀ ਚਲੋ ਦੁਸ਼ਮਣ ਨੇ ਕਰਨਾ ਹੀ ਕਰਨਾ, ਇਹਦੀ ਨੀਅਤ ਸਾਫ਼ ਨਹੀਂ ਹੈ ਕਿਉਂਕਿ ਦੁਸ਼ਮਣ ਆ। ਪਰ ਜਿਹੜਾ ਮੇਰੇ ਵਰਗਾ ਸਾਹਮਣੇ ਚੋਲਾ ਪਾਈ ਖੜਾ, ਕਿਵੇਂ ਪਹਿਚਾਣ ਹੋਊ? ਉਹ ਉਹਨਾਂ ਨਾਲੋਂ ਵੀ ਵੱਧ ਜੜਾ ਵੱਢਦੇ ਨੇ। ਆਖੋ ਸਤਨਾਮ। ਉਹਨਾਂ ਨਾਲੋਂ ਵੀ ਜ਼ਿਆਦਾ ਕਿਵੇਂ ਪਹਿਚਾਣ ਕਰੀਏ? ਸਿੱਖੀ ਦੀਆਂ ਗੁਰਮੁਖੋ ਜੜਾਂ ਵੱਢਣੀਆਂ ਸ਼ੁਰੂ ਕਰਤੀਆਂ, ਕਿਸੇ ਨੇ ਨਹੀਂ। ਮਾਫ ਕਰਿਓ, ਅਸੀਂ ਆਪਣੇ ਆਪ। ਆਹ ਬਾਣੀ ਨਹੀਂ, ਆ ਨਹੀਂ ਹੋ ਸਕਦਾ, ਇਦਾਂ ਨਹੀਂ ਹੋ ਸਕਦਾ। ਮੈਂ ਕਹਿੰਦਾ ਗੁਰਮੁਖੋ ਦਾਅਵੇ ਨਾਲ, ਕਿਸੇ ਨੂੰ ਚੰਗਾ ਲੱਗੇ ਬੁਰਾ ਲੱਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਮਹਾਰਾਜ ਅੰਮ੍ਰਿਤ ਬਾਣੀ ਵਿੱਚ ਇੰਨੀ ਪਾਵਰ ਆ, ਇੰਨੀ ਪਾਵਰ ਆ ਕਿ ਉਹ ਸਾਧ ਸੰਗਤ ਇੱਕ ਤਾਂ ਛੱਡੋ, ਹਜ਼ਾਰਾਂ ਬੰਦੇ ਮਰੇ ਪਏ ਹੁਣ, ਉਹਨਾਂ ਦੇ ਵਿੱਚ ਜਾਨ ਪਾਉਣ ਦੀ ਸਮਰੱਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰੇ ਸਤਿਗੁਰ ਰੱਖਦੇ ਨੇ। ਆਖੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸਤਿਗੁਰੂ ਜੀ ਇੰਨੀ ਸਮਰੱਥਾ ਰੱਖਦੇ ਨੇ ਕਿਉਂਕਿ ਕੋਈ ਉਹ ਆਮ ਇਨਸਾਨ ਨਹੀਂ, ਉਹ ਸਤਿਗੁਰ ਆ, ਕੁਝ ਵੀ ਕਰ ਸਕਦਾ। ਸਤਿਗੁਰ ਮੇਰਾ ਮਾਰ ਜੀ ਵਾਲੇ। ਹੱਦ ਹੋ ਗਈ ਗੁਰਮੁਖੋ, ਸਾਡੀ ਸ਼ਰਧਾ ਖਤਮ ਹੋ ਗਈ, ਸਾਡੂ ਗੁਰੂ ਤੇ ਵਿਸ਼ਵਾਸ ਨਹੀਂ ਰਿਹਾ। ਪਾਤਸ਼ਾਹ ਖੁਦ ਕਹਿ ਰਹੇ ਨੇ, ਆਗਿਆ ਭਈ ਅਕਾਲ ਕੀ, ਕਹਿੰਦੇ ਮੈਨੂੰ ਤਾਂ ਆਗਿਆ ਹੀ ਗੁਰੂ ਦੀ ਹੋਈ ਤਾਂ ਆ ਕੁਛ ਕਰਿਆ। ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਪਰ ਹੈ ਮਨ ਚ ਇੱਛਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨੀਏ। ਕਿਉਂ ਗੁਰਮੁਖੋ? ਹੈ ਮਨ ਦੇ ਵਿੱਚ ਇੱਛਾ, ਬਣੀ ਕਦੇ? ਇਹ ਤਾਂ ਕਹਿੰਦਾ ਆ ਨਹੀਂ ਠੀਕ, ਉਹ ਨਹੀਂ ਠੀਕ। ਇਹ ਤਾਂ ਸਾਧ ਸੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਕਿੰਤੂ ਪਰੰਤੂ ਸ਼ੁਰੂ ਹੋ ਗਿਆ। ਦਸਮ ਗ੍ਰੰਥ ਦੀ ਬਾਣੀ ਤੇ, ਜੇ ਦਸਮ ਗ੍ਰੰਥ ਦੀ ਬਾਣੀ ਤੇ ਕਿੰਤੂ ਪਰੰਤੂ ਕਰੋਗੇ, ਜੇ ਅਸੀਂ ਸਾਧ ਸੰਗ ਦਸਮ ਗ੍ਰੰਥ ਦੀ ਬਾਣੀ ਤੇ ਕਿੰਤੂ ਪਰੰਤੂ ਸ਼ੁਰੂ ਕਰਤਾ, ਮੈਂ ਦਾਅਵੇ ਨਾਲ ਕਹਿਣਾ ਦੁਨੀਆ ਤੇ ਅੰਮ੍ਰਿਤ ਸੰਚਾਰ ਨਹੀਂ ਹੋ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੰਮ੍ਰਿਤ ਸੰਚਾਰ ਨਹੀਂ ਹੋ ਸਕਦਾ। ਤਿੰਨ ਬਾਣੀਆਂ ਮੇਰੇ ਸਾਹਿਬੇ ਕਮਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ, ਜੇ ਚਾਹੁੰਦੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਕਰ ਜਾਂਦੇ ਆਪਣੀ ਬਾਣੀ, ਪਰ ਨਹੀਂ, ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਦੇ ਨਾਲ ਸੰਪੂਰਨਤਾ, ਰਾਗਮਾਲਾ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਹੋ ਗਈ ਸੀ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਹੁੰਦਾ ਕੋਈ ਮੇਰੇ ਵਰਗਾ, ਉਹਨੇ ਕਹਿਣਾ ਸੀ ਕੋਈ ਗੱਲ ਨਹੀਂ, 1430 ਅੰਗ ਨੇ, 5-7 10 ਹੋਰ ਹੋ ਜਾਣਗੇ, ਮੈਂ ਤਾਂ ਆਪਣੀ ਲਿਖਤ ਵਿੱਚ ਪਾ ਕੇ ਜਾਊਂਗਾ। ਪਰੰਤੂ ਪਤਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨਤਾ ਹੋ ਗਈ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਬਾਣੀ ਇੱਕ ਅਲੱਗਾ ਰੱਖੀ। ਅਲੱਗਾ ਮਿਲੂ ਕੋਈ ਐਡਾ ਗੁਰੂ? ਕਿਉਂ ਗੁਰਮੁਖੋ? ਹੈ ਕੋਈ ਏਦਾਂ ਦਾ ਸਤਿਗੁਰੂ ਸਾਨੂੰ ਮਿਲ ਸਕਦਾ? ਅਸੀਂ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਕਿੰਤੂ ਪਰੰਤੂ, ਦਸਮ ਗ੍ਰੰਥ ਦੀ ਬਾਣੀ ਤੇ, ਭਾਈ ਗੁਰਦਾਸ ਦੀਆਂ 12 ਤੇ ਕਿੰਤੂ ਪਰੰਤੂ, ਨੰਦ ਲਾਲ ਜੀ ਦੀ ਬਾਣੀ ਤੇ ਕਿੰਤੂ ਪਰੰਤੂ, ਕਿੱਧਰ ਨੂੰ ਜਾਵਾਂਗੇ? ਅਰਦਾਸ ਗੁਰਮੁਖੋ ਦਸਮ ਗ੍ਰੰਥ ਦੀ ਬਾਣੀ ਵਿੱਚੋਂ ਕਰਦੇ ਆ ਨਾ ਰੋਜ਼। ਕੀ ਗੱਲ ਗੁਰਮੁਖੋ, ਅਰਦਾਸ ਕਰਨੀ ਬੰਦ ਕਰ ਦਾਂਗੇ? ਕਿਉਂ ਗੁਰਮੁਖੋ? ਨਹੀਂ ਹੋ ਸਕਦਾ। ਜਿੰਨਾ ਮਰਜ਼ੀ ਰੌਲਾ ਪਾਈ ਜਾਣਾ, ਮੈਂ ਫਿਰ ਬੇਨਤੀ ਕਰਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜਿਆ, ਪਰ ਗੁਰਮੁਖੋ ਸਤਿਕਾਰ ਆਪਾਂ ਨੂੰ ਸਭ ਦਾ ਹੀ ਕਰਨਾ ਪੈਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ, ਭਾਈ ਗੁਰਦਾਸ ਦੀਆਂ 12, ਨੰਦ ਲਾਲ ਜੀ, ਹੋਰ ਸਾਧ ਸੰਗਤ, ਸਾਡਾ ਇਤਿਹਾਸ, ਸਿੱਖ ਇਤਿਹਾਸ ਜਿੰਨਾ ਚਿਰ ਨਹੀਂ ਪੜਾਂਗੇ, ਸਾਡਾ ਸਾਰੀ ਦੁਨੀਆ ਦਾ ਇਤਿਹਾਸ ਅਧੂਰਾ ਰਹਿ ਜਾਣਾ। ਉਹ ਦੁਨੀਆ ਦੇ ਲੋਕੋ, ਸਾਰਾ ਇਤਿਹਾਸ ਅਧੂਰਾ ਰਹਿ ਜਾਊਗਾ। ਮੈਂ ਜੋ ਬੇਨਤੀ ਕਰ ਰਿਹਾ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜਿਆ। ਪਾਤਸ਼ਾਹ ਕਹਿੰਦੇ ਅੱਜ ਤੋਂ
ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜੁੜਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਸਤਿਕਾਰ ਸਭ ਦਾ ਕਰਿਆ ਕਰੋ, ਪਰ ਜੁੜਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਆ। ਸਾਰੇ ਗੁਰਮੁਖੋ ਕਹਾਂ ਭਇਓ ਜੋ ਦਊ ਲੋਚਨ ਮੂੰਦ ਕੈ, ਬੈਠ ਰਹੇ ਹੋ ਬਕ ਧਿਆਨ ਲਗਾਇਓ। ਨਾਤ ਫਿਰਿਓ लिए साथ समुद्रन लोक गयो परलोक गवायो। बास कियो बख्यान सो बैठ के ऐसे ही ऐसे सो बैस बतायो। साच कहो गुरु गोबिंद सिंह महाराज ता प्रसाद सवैये। साच कहो सुन लेहो सब है सारे सुन लो। जिन प्रेम कियो तिन ही प्रभ पायो। जिन्हां ने परमेश्वर दे नाल प्रेम कीता, जिन्हां ने उस अकाल पुरख वाहिगुरु की बंदगी की, सिमरन किया, नाम जपिया, हर वेले सेवा सिमरन की, पातशाह कहते उन्हें नहीं अकाल पुरख वाहिगुरु प्रभु परमात्मा नूं पाया, उन्हें नहीं पाया। उन्होंने सतगुरु नूं पाया जिन्हां ने सास गरास जपिया, जिन्हां ने हर वेले जपिया। जो सास गरास ध्याए मेरा हर हर, सो गुर सिख गुरु मन भावै। गुरु नूं चंगा ही वो लगदा, गुरु नूं साध संगत भाउंदा ही वो आ जिहड़ा हर वेले नाम जपदा, हर वेले बंदगी करदा, हर वेले सेवा सिमरन करदा, वो चंगा लगदा। मेरे वर्गे चंगे नहीं लगदे। क्यों? ये तां गंगा गए गंगा राम, जमुना गए जमुना दास। जिद्दां दे जिथे गए बस उदां दे ही, जिद्दां दे गए उत्थे उदां दी बन गए। नहीं, फिर मैं बेनती करदा गुरु ग्रंथ साहिब महाराज दे लड़ लाया, जुड़ना गुरु ग्रंथ साहिब महाराज नाल आ। संगत जी दी मर्जी करो, रागियां दी करो, ढाडियां दी करो, कथावाचकां दी करो, साधुआं संतां महापुरखां दी करो, करो रज के करो, रोज करो, पर जुड़ो गुरु ग्रंथ साहिब महाराज नाल, क्योंकि वो आप जुड़े ने ते जोड़दे ने। आप जपै अवर है नाम जपावे। साधु संत महात्मा रागी ढाडी जिन्ने भी ने सारे गुरु ग्रंथ साहिब महाराज नाल जोड़दे ने। एक होर बेनती करदा, भावें वो चोले वाला, भावें चूड़ीदार पजामी वाला, कोई भी है जिद्दां दे भी ने, जे गुरु ग्रंथ साहिब महाराज दे नालों तोड़दे ने, भुल के भी संगत ना करियो। ठीक है, बाणा हो सकदा, बाणे की गल नहीं, मैं पहला भी बेनती की आ। ये तो गुरमुखो 5-7 मीटर कपड़ा लैके आ चोला बना के पाया जा सकदा। संत जी महाराज टांडा साहिब वाले, बाबा बलवंत सिंह जी महाराज मेरे दादा गुरुदेव, बोले सो निहाल सत श्री अकाल। इहो जिहे महापुरख संत बाबा बलवंत सिंह जी महाराज कोल एक आया, कहते महाराज जी मैं भी संत बनना। ओहो हो, बाबा जी कहते संत बनना? कहते हाँ जी महाराज, कहते मैं भी संत बनना। कहते किदां दा बनना? महापुरख कहते बई किदां कदा बनना? कहते जी बना दिओ जिदां दा संत हुंदा। कहते जे तां बनना मेरे वर्गा तां कर, आ चोले होर पए होने आ, पाला चक के बन ला पग, हुणे संत लगन लग जाएगा। सुनियो गुरमुखो महापुरखां दे वचन, कहंदे जे तां बनना मेरे वर्गा ही, फिर तां आ चक चोला पिया पाला हुणे बन जाएगा। पर जे किते जिवें सतगुरु जी महाराज गुरु ग्रंथ साहिब महाराज कहंदे, जिन्ना सास गिरास ना विसरै हर नामा मन मंत, जे इदां दा संत बनना तां किन्ने जन्म लग जाणे मैनूं भी नहीं पता। आखो सतनाम वाहिगुरू। ये मैनूं भी नहीं पता, ये मैनूं भी नहीं पता किन्ना समा लग जवे। वो बन जिहड़ी दुनिया कवे, जिहड़ा सतगुर कहण। अपने आप तो मेरे वर्गा जो मर्जी कहाई चलीए की है जी, बहुत बड़ा कीर्तनी है जी, मैं जी बहुत बड़ा कथावाचक हाँ, आप तो जो मर्जी कहिए, पर गुरु कहण आ सतगुर कहंदे ने। मैं अज उही पंक्ति ते गुरमुखो बार बार दोहरा रहा, बार बार सतगुर जी कोई गल कहंदे ने,
ਉਹ ਕਹਿੰਦੇ ਜਿੰਨਾ ਸਾਸ ਗਿਰਾਸ ਨਾ ਵਿਸਰੈ। ਸਤਿਗੁਰ ਕਹਿਣ, ਪਾਤਸ਼ਾਹ ਕਹਿਣ, ਓਹੋ ਹੋ ਕਿੰਨੀ ਵਡਿਆਈ ਹੋਊਗੀ। ਕਿਉਂਕਿ ਸਾਹਿਬ ਹੱਥ ਵਡਿਆਈਆਂ ਜਿਸ ਭਾਵੈ ਤਿਸ ਦੇਹ। ਤਿਸ ਦੇ। ਸਤਿਗੁਰ ਵਡਿਆਈਆਂ ਦੇਣ। ਸਤਿਗੁਰ ਜੀ ਕਹਿਣ ਵੀ ਇਹ ਕੌਣ ਆ ਰਿਹਾ। ਜਦੋਂ ਪਾਤਸ਼ਾਹ ਨੂੰ ਪੁੱਛੀਏ ਮਹਾਰਾਜ ਜੀ ਇਹ ਕੌਣ ਨੇ, ਤਾਂ ਸਤਿਗੁਰ ਕਹਿੰਦੇ ਨੇ, ਕਹਿੰਦੇ ਇਹ ਕੌਣ ਆ ਜੀ, ਇਹ ਪੂਰਨ ਸੰਤਾ, ਇਹ ਪੂਰਨ ਗੁਰਸਿੱਖਾ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਪਾਤਸ਼ਾਹ ਕਹਿੰਦੇ ਮੇਰੇ ਮਨ ਨੂੰ ਭਾਉਂਦਾ ਹੀ ਉਹ ਆ। ਕੌਣ? ਜਿਹੜਾ ਹਰ ਵੇਲੇ ਆਹਾ ਆ ਜਪਦਾ। ਫਿਰ ਪੜਿਓ ਕਿਤੇ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਾਰੇ ਬੋਲੋ ਗੱਜ ਵੱਜ ਕੇ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਮਿਲ ਕੇ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਸਾਰੇ ਬੋਲੋ ਗੱਜ ਕੇ, ਵਾਹਿਗੁਰੂ, ਸਤਿਨਾਮ 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 ਵਾਹਿਗੁਰੂ। ਪਾਤਸ਼ਾਹ ਕਹਿੰਦੇ ਤੂੰ ਹਰ ਵੇਲੇ ਜ਼ੁਬਾਨ ਤੇ ਰਸਨਾ ਤੇ ਵਾਹਿਗੁਰੂ ਦਾ ਨਾਮ ਜਪਿਆ ਕਰ, ਹਰ ਵੇਲੇ। ਕਿਉਂਕਿ ਪਾਤਸ਼ਾਹ ਕਹਿੰਦੇ 8 ਪਹਿਰ ਅਰਾਧੀ ਹੈ, ਕੋਈ ਇੱਕ ਟਾਈਮ ਨਹੀਂ। ਕੋਈ ਗੁਰਮਖੋ ਪਾਤਸ਼ਾਹ ਕਹਿੰਦੇ ਤੂੰ 8 ਹੀ ਪਹਿਰ ਜਪ, 8 ਪਹਿਰ ਅਰਾਧੀ ਹੈ। ਫਿਰ ਕੀ ਮਿਲੂ? 8 ਪਹਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਰਾਧਨਾ ਕਰਨ ਦੇ ਨਾਲ, ਉਹਦਾ ਨਾਮ ਜਪਣ ਦੇ ਨਾਲ, ਬੰਦਗੀ ਕਰਨ ਨਾਲ, ਸੇਵਾ ਸਿਮਰਨ ਨਾਲ ਕੀ ਮਿਲੂ? ਪਾਤਸ਼ਾਹ ਕਹਿੰਦੇ ਨੇ 8 ਪਹਿਰ ਅਰਾਧੀ ਹੈ। ਮਹਾਰਾਜ ਕਹਿੰਦੇ ਹੋਵੇ ਆਨੰਦ ਘਣਾ। ਫਿਰ ਮਹਾਰਾਜ ਕਹਿੰਦੇ ਘਣਾ ਭਾਵ ਬਹੁਤ ਜ਼ਿਆਦਾ, ਥੋੜੇ ਨਹੀਂ, ਬਹੁਤ ਜ਼ਿਆਦਾ। ਇੰਨਾ ਆਨੰਦ ਮਿਲ ਜੂ ਸਾਂਭਿਆ ਸਾਂਭ ਨਹੀਂ ਹੋਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨਾ ਆਨੰਦ, ਫਿਰ ਉਹ ਇੰਨਾ ਆਨੰਦ ਚ ਆ ਜਾਂਦਾ। ਫਿਰ ਸਾਧ ਸੰਗਤ ਇਹ ਰਸਨਾ ਤੋਂ ਬੋਲਿਆ ਨਹੀਂ ਜਾਂਦਾ।
ਜਦੋਂ ਆਨੰਦ ਆ ਜਾਂਦਾ ਨਾ ਪਰਮੇਸ਼ਰ ਦਾ, ਪਰਮਾਤਮਾ ਦਾ, ਕਹੋ ਕਬੀਰ ਸ਼ੂਸ਼ਾ ਘਟ ਬੋਲੇ। ਜਿਹੜਾ ਘੜਾ ਖਾਲੀ ਆ ਨਾ ਮੇਰੇ ਵਰਗਾ, ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ, ਬੜੀਆਂ ਆਵਾਜ਼ਾਂ ਆਉਂਦੀਆਂ ਨੇ, ਪਰ ਜਿਹੜਾ ਭਰਿਆ ਹੋਇਆ, ਪਾਤਸ਼ਾਹ ਕਹਿੰਦੇ ਭਰਿਆ ਹੋਵੇ ਕਬਹੂ ਨਾ ਡੋਲੇ। ਉਹ ਨਹੀਂ ਡੋਲਦਾ, ਨਾ ਬੋਲਦਾ, ਬੋਲਦਾ ਕਿਤੇ। ਖਾਲੀ ਘੜੇ ਚੋਂ ਗੁਰਮੁਖੋ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ, ਭਰੇ ਨੂੰ ਜਿੰਨਾ ਮਰਜ਼ੀ ਖੜਕਾਈ ਚਲਿਓ ਆਵਾਜ਼ ਨਹੀਂ ਆਉਂਦੀ। ਅੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਰੇ ਚੋਂ ਆਵਾਜ਼ ਨਹੀਂ ਆਊ। ਕਿਉਂ? ਉਹਨੂੰ ਇੰਨਾ ਆਨੰਦ ਆ ਗਿਆ ਨਾ, ਹੁਣ ਉਹ ਸੰਸਾਰਕ ਗੱਲਾਂ ਕਰਨ ਵਾਸਤੇ ਖੁਸ਼ ਨਹੀਂ। ਹੁਣ ਉਹਨੂੰ ਸੰਸਾਰਕ ਗੱਲਾਂ ਨਹੀਂ ਚੰਗੀਆਂ ਲੱਗਦੀਆਂ। ਉਹ ਤਾਂ ਕੇਵਲ ਬਸ ਹਰ ਵੇਲੇ ਹੀ ਬੈਠਾ ਜਾਪ ਕਰਦਾ, ਹਰ ਵੇਲੇ ਸਿਮਰਨ ਭਜਨ ਬੰਦਗੀ ਚ ਕੰਮ ਕਰਦੇ ਵੀ, ਤੁਰਦੇ ਬਹਿੰਦੇ, ਤਾਂ ਹੀ ਤਾਂ ਉੱਠਦੇ ਬਹਿੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹੀਏ। ਹਰ ਵੇਲੇ ਉੱਠਦੇ ਬਹਿੰਦੇ ਸ਼ਾਮ ਸਵੇਰੇ, ਪੜੋ ਨਾਲ, ਉੱਠਦੇ ਬਹਿੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹੀਏ। ਬਖਸ਼ ਗੁਨਾਹ ਨੂੰ ਮੇਰੇ ਤੈਨੂੰ ਬਖਸ਼ਣ ਹਾਰਾ ਕਹਿੰਦੇ। ਬਖਸ਼ ਗੁਨਾਹ ਨੂੰ ਮੇਰੇ ਤੈਨੂੰ ਬਖਸ਼ਣ ਹਾਰਾ ਕਹਿੰਦੇ। ਉੱਠਦੇ ਬਹਿੰਦੇ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਕਰ, ਬੰਦਗੀ ਕਰਿਆ ਕਰ। ਭਾਵੇਂ ਤੁਰਦਾ ਫਿਰਦਾ, ਉੱਠਦਾ ਬਹਿੰਦਾ, ਜਿੱਥੇ ਵੀ ਮਰਜੀ ਆ, ਤੂੰ ਗੁਰੂ ਦੀ ਬੰਦਗੀ ਕਰਿਆ ਕਰ, ਨਾਮ ਜਪਿਆ ਕਰ, ਹਰ ਵੇਲੇ ਸਿਮਰਨ ਕਰਿਆ ਕਰ। ਤਾਂ ਗੁਰਮੁਖੋ ਇਹ ਭਵ ਜਲ ਸਾਗਰ ਸਮੁੰਦਰ ਚੋਂ ਪਾਰ ਹੋ ਸਕਾਂਗੇ, ਨਹੀਂ ਹੋ ਸਕਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਹੀਂ ਤਾਂ ਫਿਰ ਸਮਾਂ ਆਉਣ ਵਾਲਾ, ਬਾਲ ਜਵਾਨੀ ਅਰ ਬਿਰਧ ਫੁਨ। ਫਿਰ ਪੜਿਓ, ਬਾਲ ਜਵਾਨੀ ਅਰ ਬਿਰਧ ਫੁਨ। ਹਾਂ, तीन अवस्था जा। ਹਾਂ, तीन अवस्था जान। ਜਾਨ। ਤਿੰਨੇ ਅਵਸਥਾ ਨੇ ਜਵਾਨੀ ਚ। ਮਾਫ ਕਰਨਾ, ਆਪਣਾ ਬਚਪਨ ਚਲੇ ਗਿਆ ਨਾ। ਮੈਂ ਆਪਣੀ ਗੱਲ ਕਰਦਾ, ਮੈਂ ਕਿਸੇ ਨੂੰ ਨਹੀਂ ਕਹਿੰਦਾ। ਇਹ ਮਨ ਨੂੰ ਕਹਿ ਰਿਹਾ, ਉਹ ਮਨਾ ਹੁਣ ਸਮਝ, ਤੇਰਾ ਤਾਂ ਬਚਪਨ ਚਲੇ ਗਿਆ, ਆ ਜਵਾਨੀ ਵੀ ਚਲੇ ਗਈ। ਕਿਉਂਕਿ ਬਾਣੀ ਕਹਿ ਰਹੀ ਹੈ 40 ਸੀ ਪਰ ਹੋਏ, 40 ਸਾਲ ਤੋਂ ਉੱਪਰ ਨਿਕਲ ਗਈ, 43 45 44 ਦੀ ਉਮਰ ਹੋ ਗਈ, ਹਾਂ ਬੁਢੇਪਾ ਆਉਣ ਲੱਗਿਆ। ਹੁਣ ਕੀ ਭਾਲਦਾ? ਹੁਣ ਤਾਂ ਮੌਤ ਆਉਣੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਕੀ ਭਾਲਦਾ? ਹੁਣ ਤਾਂ ਮੌਤ ਆਉਣੀ ਆ। ਸਾਂਭ ਲਾ, ਸਮੇਂ ਦੀ ਸੰਭਾਲ ਕਰ। ਪਾਤਸ਼ਾਹ ਕਹਿੰਦੇ ਪ੍ਰਾਣੀ ਤੂੰ ਆਇਓ ਲਾਹਾ ਲੈਣ, ਪ੍ਰਾਣੀ ਤੂੰ ਆਇਓ ਲਾਹਾ ਲੈਣ। ਲੱਗਾ ਕਿਤ ਗੋ ਫਕੜੇ ਸਭ ਮੁਕਦੀ ਚੱਲੀ ਰਹਿਣ। ਪਾਤਸ਼ਾਹ ਕਹਿੰਦੇ ਤੂੰ ਹੁਣ ਨਾਮ ਜਪ, ਆਇਆ ਲਾਹਾ ਲੈਣ ਵਾਸਤੇ। ਤੂੰ ਆਇਆ ਹੁਣ ਲਾਹਾ ਲੈਣ ਵਾਸਤੇ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਤੂੰ ਤਾਂ ਲਾਹਾ ਲੈਣ ਵਾਸਤੇ ਆਇਆ, ਪਰ ਕਰਨ ਕੀ ਲੱਗਿਆ? ਲੱਗਾ ਕਿਤ ਗੋ ਫਕੜੇ। ਫਿਰ ਪੜਿਓ, ਲੱਗਾ ਕਿਤ ਫਕੜੇ ਸਭ ਮੁਕਦੀ ਚੱਲੀ ਰਹਿਣ। ਆ ਰਹਿਣ ਮੁਕਦੀ ਜਾ ਰਹੀ ਆ, ਉਮਰ ਬੀਤਦੀ ਜਾ ਰਹੀ ਆ। ਤੂੰ ਗੁਰੂ ਦੀ ਬੰਦਗੀ, ਪਰਮੇਸ਼ਰ ਦਾ ਭਜਨ ਬੰਦਗੀ ਕਰ ਲਾ, ਤਾਂ ਗੁਰਮੁਖੋ ਇਹ ਜੀਵਨ ਸਫਲ ਹੋਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਜੀਵਨ ਸਫਲ ਹੋਣਾ ਜੇ ਬੰਦਗੀ ਕਰੇਗਾ, ਤਾਂ ਗੁਰਮੁਖੋ ਮਨੁੱਖਾ ਜਨਮ ਸਫਲ ਹੋਣਾ ਜੇ ਸੇਵਾ ਸਿਮਰਨ ਕਰੇਗਾ। ਹੁਣ ਸਮਾਂ ਸਾਡੇ ਕੋਲੇ, ਬਾਕੀ ਜੂਨਾਂ ਜਿੰਨੀਆਂ ਵੀ ਜੂਨਾਂ ਨੇ ਸਾਰੀਆਂ ਭੋਗ ਜੂਨਾਂ ਨੇ। ਕਰਮ ਜੂਨੀ ਮਾਨਸ ਜਨਮ ਆ, ਮਾਨਸ ਜਨਮ ਦੇ ਵਿੱਚ ਰਹਿ ਕੇ ਤੂੰ ਚੰਗੇ ਕਰਮ ਕਰ ਲਾ। ਕਈ ਵਾਰੀ ਮੇਰੇ ਵਰਗਾ ਕਹਿੰਦੇ ਆ ਜੱਗ ਮਿੱਠਾ ਅਗਲਾ ਕਿਨੇ ਡਿੱਟਾ, ਕਿਹੜਾ ਕੁਛ ਕਿਸੇ ਨੇ ਦੇਖਿਆ। ਆ ਜਿੰਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਆ ਨਾ, ਆ ਸਭ ਕੁਝ ਅੱਗਾ ਦੇਖੇ ਦਿਖਾਈ ਦੀ ਗੱਲ ਕਰਦੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੜਿਆ ਨਾ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ, ਗੁਰੂ ਅਰਜਨ ਦੇਵ ਮਹਾਰਾਜ ਨੂੰ ਪੜਿਓ ਕਿਤੇ, ਪੜਿਓ ਕਿਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ। ਕਰੋ ਬੇਨੰਤੀ ਸੁਣ ਮੇਰੇ ਮੀਤਾ
ਸੰਤ ਟਹਿਲ ਕੀ ਬੇਲਾ ਇਹਾਂ ਆ ਗੱਲ ਕੀਤੀ, ਇਹਾਂ ਖਾਟ ਚਲੋ ਹਰ ਲਾਹਾ ਹਾਂ, ਇੱਥੇ ਲਾਹਾ ਖੱਟ ਅੱਗੇ ਬਸਨ ਸੁਹੇਲਾ। ਪਾਤਸ਼ਾਹ ਨੇ ਗੱਲ ਅੱਗੇ ਦੀ ਕੀਤੀ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਪਾਤਸ਼ਾਹ ਨੇ ਗੱਲ ਅੱਗੇ ਦੀ ਕੀਤੀ ਆ, ਸਾਰੀ ਬਾਣੀ ਗੱਲ ਅੱਗੇ ਦੀ ਕਰਦੀ ਆ, ਪਰ ਪਤਾ ਨਹੀਂ ਗੁਰਮੁਖੋ ਕਿੱਥੋਂ ਪੜ੍ਹਦੇ ਆ, ਕੀ ਪੜ੍ਹਦੇ ਆ, ਕਿਵੇਂ ਪੜ੍ਹਦੇ ਆ। ਇਹ ਕਹਿੰਦਾ ਜੀ ਆਹੀ ਜੱਗ ਆ, ਸਾਰਾ ਕੁਝ ਇੱਥੇ ਹੀ ਆ, ਸਭ ਕੁਝ ਅੱਗਾ ਤਾਂ ਕਿਸੇ ਨੇ ਦੇਖਿਆ ਹੀ ਨਹੀਂ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਪਰ ਯਾਦ ਰੱਖਿਓ ਸਭ ਕੁਝ ਹੋਣਾ। ਆ ਬੱਚੇ ਨੂੰ ਥੋੜੇ ਪੈਸੇ ਦੇ ਕੇ ਤੋਰੀ ਦਾ ਨਾ ਹਿਸਾਬ ਮੰਗਦਾ, ਕਿਉਂ ਗੁਰਮੁਖੋ, ਮੰਗਦੇ ਆ ਕਿ ਨਹੀਂ ਮੰਗਦੇ? ਤੁਹਾਡਾ ਕੀ ਖਿਆਲ ਆ? ਇੰਨਾ ਜੀਵਨ ਵਧੀਆ ਦੇ ਕੇ ਭੇਜਿਆ, ਐਡੇ ਕੀਮਤੀ ਸਵਾਸ ਦੇ ਕੇ ਭੇਜਿਆ, ਤੁਹਾਡਾ ਕੀ ਖਿਆਲ ਆ ਉਹ ਕੁਝ ਮੰਗੂ ਨਹੀਂ? ਉਹਨੇ ਵੀ ਇੱਕ ਨਾ ਇੱਕ ਦਿਨ ਪੁੱਛਣਾ, ਉਹ ਪੁੱਤਰਾ ਤੈਨੂੰ ਭੇਜਿਆ ਸੀ, ਇੰਨਾ ਕੁਝ ਦੇ ਕੇ, ਸਵਾਸ ਦੇ ਕੇ, ਆ ਸਰੀਰ ਦੇ ਕੇ ਭੇਜਿਆ ਸੀ, ਆ ਹੁਣ ਤੂੰ ਖੱਟ ਕੀ ਲੈ ਕੇ ਆਇਆ, ਇਹ ਦੱਸ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਉਹਨੇ ਪੁੱਛਣਾ ਤੇਤੋਂ, ਉਹਨੇ ਪੁੱਛਣਾ ਦੱਸ ਕਿੱਥੇ ਕਿਆ ਤੈ ਖਟਿਆ, ਕਹਾਂ ਗਵਾਇਆ, ਕਿੱਥੇ ਖਟਿਆ, ਕੀ ਖਟ ਕੇ ਲਿਆਇਆ, ਕਿੱਥੇ ਗਵਾ ਕੇ ਆਇਆ, ਦੱਸ। ਸਤਿਗੁਰੂ ਨੇ ਪੁੱਛਣਾ, ਉਹਨੇ ਤਾਂ ਕੱਲੀ ਕੱਲੀ ਗੱਲ ਦਾ ਹਿਸਾਬ ਮੰਗਣਾ, ਕੱਲੀ ਕੱਲੀ ਗੱਲ ਦਾ ਉਹਨੇ ਤਾਂ ਮੰਗਣਾ ਹਿਸਾਬ। ਉਹ ਤਾਂ ਸਾਧ ਸੰਗ ਬੈਠਾ ਕੱਢ ਕੇ ਵਹੀ ਬੈਠਾ, ਉਹਨੇ ਮੰਗਣਾ। ਪਰ ਜੇ ਗੁਰਮੁਖੋ ਅਸੀਂ ਕੋਈ ਚੰਗੇ ਕਰਮ ਕਰਕੇ ਕੋਈ ਲਾਹਾ ਖੱਟ ਕੇ ਗਏ ਹੋਵਾਂਗੇ ਤਾਂ ਜਵਾਬ ਦੇ ਸਕਦੇ ਆ, ਨਹੀਂ ਤਾਂ ਗੁਰਮੁਖੋ ਕੁੰਭੀ ਨਰਕ ਚੋਂ ਵੀ ਜਗ੍ਹਾ ਨਹੀਂ ਮਿਲਣੀ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਸਮਾਂ ਨਹੀਂ ਮਿਲਣਾ, ਯਾਦ ਰੱਖਿਓ। ਇਸ ਕਰਕੇ ਬੇਨਤੀ ਹੈ, ਬਾਣੀ ਪੜਿਆ ਕਰੀਏ, ਨਾਮ ਜਪਿਆ ਕਰੀਏ, ਸੇਵਾ ਸਿਮਰਨ ਕਰਿਆ ਕਰੀਏ, ਭਜਨ ਬੰਦਗੀ ਕਰਿਆ ਕਰੀਏ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾ ਨਾ ਕਿਸੇ ਨੇ ਕਿਸੇ ਦਾ ਪਾਰ ਉਤਾਰਾ ਕਰਿਆ, ਨਾ ਕਰਨਾ, ਤੇ ਨਾ ਗਾਹਾਂ ਨੂੰ ਕੋਈ ਕਰ ਸਕਦਾ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਸੱਚਖੰਡ ਵਾਸੀ, ਜਿਨ੍ਹਾਂ ਨੇ ਗੁਰਮੁਖੋ ਆ ਸਾਰੇ ਪਰਿਵਾਰ ਤੇ ਐਡੀ ਮਿਹਰ ਕੀਤੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜ ਕੇ ਗਏ ਨੇ। ਅੱਗੇ ਤੋਂ ਵੀ ਬੇਨਤੀ ਹੈ, ਸੱਚੇ ਪਾਤਸ਼ਾਹ ਕਿਰਪਾ ਕਰਕੇ ਪਿਛਲਾ ਜਿਹੜਾ ਜੀਵਨ ਲੰਘ ਗਿਆ ਸੋ ਲੰਘ ਗਿਆ, ਹੁਣ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲਿਓ। ਹਰ ਵੇਲੇ ਬਸ ਗਾਉਂਦੇ ਰਿਹਾ ਕਰੀਏ, ਸੱਚੇ ਪਾਤਸ਼ਾਹ ਤੂੰ ਹੀ ਤੂੰ ਹੈ ਇਸ ਦੁਨੀਆ ਤੇ, ਸਾਡਾ ਤਾਂ ਕੁਝ ਵੀ ਨਹੀਂ ਹੈ। ਅੱਜ ਗੁਰਮੁਖੋ ਆਪਾਂ ਨੂੰ ਲੱਗਦਾ ਹੈ, ਜਿਵੇਂ ਮਹਾਂਪੁਰਖ ਕਹਿੰਦੇ ਹੁੰਦੇ ਸੀ ਨਾ, ਉਹ ਬੜਾ ਸਮਝਾਉਂਦੇ ਹੁੰਦੇ ਸੀ ਕਿ ਇੱਕ ਗੱਲ ਤੇ ਜ਼ੋਰ ਦਿੰਦੇ ਹੁੰਦੇ ਸੀ। ਉਹਨਾਂ ਨੇ ਕਹਿਣਾ, ਜਿਵੇਂ ਸੁਪਨਾ ਆਉਂਦਾ ਨਾ ਰਾਤ ਵਾਸਤੇ, ਰਾਤ ਨੂੰ ਸੁਪਨਾ ਆਇਆ, ਉਹ 'ਚ ਲੱਗਦਾ ਵੀ ਕਈ ਵਾਰੀ ਮੇਰੇ ਵਰਗਾ ਨਾ ਰਾਜਾ ਬਣ ਜਾਂਦਾ, ਸੁਪਨੇ 'ਚ ਰਾਜਾ ਬਣ ਗਿਆ, ਸੁਪਨੇ 'ਚ ਬਣ ਗਿਆ ਰਾਜਾ, ਬੜੇ ਆਨੰਦ ਸੁੱਖ, ਬੜਾ ਕੁਝ ਭੋਗਦਾ, ਬੜੀਆਂ ਮੋਹਰਾਂ, ਬੜਾ ਸੋਨਾ ਚਾਂਦੀ, ਬੜਾ ਕੁਝ ਦੇਖਦਾ, ਬੜਾ ਕੁਝ ਕਰਦਾ। ਜਿੰਨਾ ਚਿਰ ਅੱਖਾਂ ਬੰਦ ਨੇ, ਜਿੰਨਾ ਚਿਰ ਅੱਖਾਂ ਬੰਦ, ਬੜਾ ਕੁਝ ਦੇਖਦਾ, ਰਾਜਾ ਬਣ ਗਿਆ, ਮੰਤਰੀ ਖੜੇ ਨੇ, ਅਹਿਲਕਾਰ ਖੜੇ ਨੇ, ਸਭ ਕੁਝ ਖੜੇ ਨੇ, ਸੇਵਾਦਾਰ ਖੜੇ ਨੇ, ਕੋਈ ਪ੍ਰਸ਼ਾਦਾ ਲਈ ਖੜਾ, ਕੋਈ ਕੁਛ ਲਈ ਖੜਾ। ਜਿਉਂ ਹੀ ਅੱਖ ਖੁੱਲੀ, ਇਹ ਕੀ ਦੇਖਿਆ ਗੁਰਮੁਖੋ? ਹਾਂ, ਬਸ ਉਹੀ ਗੁਰਮੁਖੋ, ਮੰਜੇ ਦੇ ਗੁਰਮੁਖੋ ਮਾਣ ਵਾਲੇ ਬਾਣ ਵਾਲੇ ਮੰਜੇ ਤੇ ਸੁੱਤੇ ਪਏ ਆ, ਆਖੋ ਸਤਨਾਮ। ਵਾਹਿਗੁਰੂ। ਹਾਂ, ਜਿਉਂ ਹੀ ਅੱਖ ਖੁੱਲੀ ਉੱਥੇ ਹੀ ਪਏ ਆ। ਇੱਕ ਇਹ ਗੱਲ, ਦੂਸਰਾ ਇੱਕ ਗੁਰਮੁਖੋ ਅੱਖਾਂ ਖੁੱਲੀਆਂ ਨੇ, ਆ ਹੁਣ ਬੈਠੇ ਆ ਨਾ ਆਪਾਂ, ਸਾਰਾ ਅੱਖਾਂ ਖੁੱਲੀਆਂ ਨੇ, ਆ ਸਾਰਾ ਕੁਝ ਦਿਖ ਰਿਹਾ, ਸੱਚ ਲੱਗਦਾ ਨਾ ਆਪਾਂ ਨੂੰ, ਸੱਚ ਲੱਗਦਾ ਵੀ ਸਾਰਾ ਕੁਝ ਹੈਗਾ, ਸੱਚ ਲੱਗ ਰਿਹਾ ਆਪਾਂ ਨੂੰ, ਦਿਖ ਰਿਹਾ ਸਾਰਾ ਕੁਝ ਠੀਕ ਆ। ਪਰ ਜਿਉਂ ਹੀ ਅੱਖਾਂ ਬੰਦ ਹੋਈਆਂ, ਅੰਤ ਸਮਾਂ ਆ ਗਿਆ, ਯਾਦ ਰੱਖੀ ਇਹ ਸਮੇਂ ਨੇ ਵੀ ਟੁੱਟ ਜਾਣਾ, ਫਿਰ ਗੁਰਮੁਖੋ ਜਮਾ ਨੇ ਕੁੱਟਦੇ ਮਾਰਦੇ ਲੈ ਕੇ ਜਾਣਾ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਮੈਂ ਨਹੀਂ ਕਹਿ ਰਿਹਾ, ਮੇਰੀ ਗੱਲ ਨਾ ਮੰਨਿਓ, ਮੈਂ ਫਿਰ ਬੇਨਤੀ ਕਰਦਾ, ਬਾਣੀ ਕਹਿ ਰਹੀ ਆ, ਕਬੀਰ ਜਮ ਕਾ ਠੇਂਗਾ ਬੁਰਾ ਹੈ। ਓਹੋ ਹੋ, ਜਮਾਂ ਦੀ ਮਾਰ ਬੜੀ ਔਖੀ ਆ ਉਹ ਦੁਨੀਆ ਦੇ ਲੋਕੋ। ਮਹਾਰਾਜ ਕਹਿੰਦੇ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਉਹ ਨਹੀਂ ਸਹਿਆ ਜਾਂਦਾ, ਫਿਰ ਬੜਾ ਮਾਰਦੇ ਨੇ, ਬੜਾ ਕੁੱਟਦੇ ਨੇ। ਕਿਉਂ? ਕਿਉਂਕਿ ਚੰਗਾ ਕਰਮ ਕੋਈ ਕਰਿਆ ਹੀ ਨਹੀਂ, ਚੰਗਾ ਕਰਮ ਗੁਰਮੁਖੋ ਕੋਈ ਕੀਤਾ ਹੀ ਨਹੀਂ।
ਉਹ ਨਹੀਂ ਸਹਿਆ ਜਾਏ। ਜਾਏ ਏਕ ਜੋ ਸਾਧੂ ਮੋਹੈ ਮੋਹੇ ਮਿਲਿਓ ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲੀਆ ਅੰਚਲ ਲਾਏ। ਆਹਾ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਪੂਰਨ ਸਾਧੂ ਮਿਲ ਗਏ, ਸੰਤ ਮਿਲ ਗਏ, ਭਗਤ ਜਨ ਮਿਲ ਗਏ, ਰੱਬ ਦੇ ਪਿਆਰੇ ਮਿਲ ਗਏ। ਪਾਤਸ਼ਾਹ ਕਹਿੰਦੇ ਉਹਨਾਂ ਦੀ ਸੰਗਤ ਕਰਕੇ, ਨਾਮ ਜਪ ਕੇ, ਬਾਣੀ ਪੜ੍ਹ ਕੇ, ਬੰਦਗੀ ਕਰਕੇ ਇਹ ਜੀਵਨ ਸਫਲ ਹੋ ਸਕਦਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਏਕ ਜੋ ਸਾਧੂ ਮੁਹੈ ਮਿਲਿਓ ਤਿਨ ਲੀਆ ਅੰਚਲ ਲਾਏ। ਉਹਨਾਂ ਨੇ ਗੁਰਮਖੋ ਬੰਦਗੀ ਕਰਨ ਦੀ ਯੁਕਤੀ ਦੇਤੀ, ਸੇਵਾ ਸਿਮਰਨ ਕਰਨ ਦੀ ਯੁਕਤੀ ਮਿਲ ਗਈ। ਫਿਰ ਸੇਵਾ ਸਿਮਰਨ ਕਰਕੇ, ਬੰਦਗੀ ਕਰਕੇ ਇਹ ਗੁਰਮਖੋ ਮਾਨਸ ਜਨਮ ਸਫਲ ਹੋ ਜਾਂਦਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇਹ ਵਾਰ-ਵਾਰ ਨਹੀਂ ਮਿਲਣਾ, ਸਫਲ ਹੁਣ ਕਰਨਾ ਪਵੇਗਾ। ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰੰਬਾਰ। ਜਿਉ ਬਨ ਫਲ ਪਾਕੇ ਭੁਇੰ ਰਹਿ ਪਹੁਰ ਨਾ ਲਾਗੇ ਡਰ। ਇੱਕ ਵਾਰੀ ਹੁਣ ਸਮਾਂ ਮਿਲਿਆ, ਬੰਦਗੀ ਕਰਿਆ ਕਰੀਏ, ਸੇਵਾ ਸਿਮਰਨ ਕਰਿਆ ਕਰੀਏ, ਨਾਮ ਜਪ ਕੇ, ਅਭਿਆਸ ਕਰਕੇ, ਗੁਰੂ ਦੀ ਬੰਦਗੀ ਸੇਵਾ ਸਿਮਰਨ ਕਰਕੇ ਆਪਾਂ ਆਪਣਾ ਜੀਵਨ ਸਫਲਾ ਕਰੀਏ। ਕਿਉਂਕਿ ਜਿਹੜਾ ਸਮਾਂ ਇਹ ਆਪੋ ਆਪਣੀ ਚਾਲ ਚੱਲਦਾ, ਸਮੇਂ ਦੀ ਸੰਭਾਲ ਕਰਨੀ ਚਾਹੀਦੀ ਹੈ। ਜਿਹੜਾ ਸਮਾਂ ਗੁਰਮੁਖੋ ਉਹ ਕਦੇ ਜਿੰਨਾ ਮਰਜੀ ਕੋਈ ਟਾਈਮ ਪੀਸ, ਕੋਈ ਘੜੀ ਜਿੰਨਾ ਮਰਜੀ ਕੋਈ ਖੜਾ ਕੇ ਰੱਖ ਲਈਏ, ਖੜੀ ਹੈ, ਇਹਦਾ ਮਤਲਬ ਇਹ ਨਹੀਂ ਕਿ ਸਮਾਂ ਖੜ ਗਿਆ। ਸਮਾਂ ਆਪਣੀ ਰਫ਼ਤਾਰ ਚੱਲਦਾ, ਪਰ ਸਮੇਂ ਦੇ ਨਾਲ ਨਾਲ ਆਪਾਂ ਨੂੰ ਚੱਲਣਾ ਪੈਣਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਸਮੇਂ ਦੇ ਹਿਸਾਬ ਨਾਲ ਆਪਾਂ ਨੂੰ ਚੱਲਣਾ ਪੈਣਾ। It's ਕਿਉਂ? 10:24 a.m. ਸਮਾਂ ਸਾਧ ਸੰਗਤ ਕਦੇ ਵੀ ਰੁਕਦਾ ਨਹੀਂ। ਸਮੇਂ ਦੇ ਹਿਸਾਬ ਦੇ ਨਾਲ ਚੱਲੋ। ਕਿਉਂ? ਸਮਾਂ ਕਦੇ ਨਹੀਂ ਕਿਸੇ ਦੀ ਕਦਰ ਕਰਦਾ ਜਿਹੜੇ ਸਮੇਂ ਦੀ ਕਦਰ ਪਛਾਣਦੇ ਨਾ। ਦੋ ਬੇੜੀਆਂ ਵਾਲੇ ਡੁੱਬ ਜਾਂਦੇ, ਜਿਹੜੇ ਇੱਕ ਤੇ ਤਰਨਾ ਜਾਣਦੇ ਆ। ਨਹੀਂ ਜਾਣ ਸਕਦੇ, ਜਿਹੜੇ ਜਾਣਦੇ ਨਹੀਂ ਨਾ ਉਹ ਡੁੱਬ ਜਾਂਦੇ ਨੇ। ਪਾਤਸ਼ਾਹ ਕਹਿੰਦੇ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਿਆ ਕਰ, ਸਿਮਰਨ ਕਰਿਆ ਕਰ, ਬੰਦਗੀ ਕਰਿਆ ਕਰ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਚੱਲੀ ਰਹਿਣ। ਆ ਰਹਿਣ ਉਮਰ ਆ, ਇਹ ਬੀਤਦੀ ਜਾਂਦੀ ਆ। ਮੈਂ ਫਿਰ ਪਹਿਲਾਂ ਬੇਨਤੀ ਕੀਤੀ ਆ ਨਾ, ਸਮਾਂ ਨਹੀਂ ਖੜਦਾ, ਨਹੀਂ ਖੜਦਾ ਨਾ। ਆ ਜਿਹੜੇ ਸਵਾਸ ਨੇ ਇਹ ਵੀ ਨਹੀਂ ਖੜਦੇ। ਆ ਕਦੇ ਕਰਕੇ ਦੇਖ ਲਿਓ ਤਜਰਬਾ, ਸਾਹ ਨੂੰ ਰੋਕ ਕੇ ਦੇਖ ਲਿਓ। ਕਿਤੇ ਰੋਕਿਓ ਨਾ 2-4 ਮਿੰਟ, ਹਾਂ ਸਾਹ ਤਾਂ ਰੁਕਣੇ ਨਹੀਂ ਆ, ਸਰੀਰ ਸਾਰਾ ਕੁਝ ਰੁਕ ਜਾਣਾ। ਆਖੋ ਸਤਨਾਮ। ਵਾਹਿਗੁਰੂ। ਸਰੀਰ ਦੇ ਸਾਹ ਤਾਂ ਨਹੀਂ ਰੁਕਣੇ। ਜੇ ਆਪਾਂ ਰੋਕਣ ਦੀ ਕੋਸ਼ਿਸ਼ ਕਰਾਂਗੇ ਨਾ, ਇਹ ਨਹੀਂ ਰੁਕਣੇ। ਹਾਂ ਜੇ ਰੋਕਾਂਗੇ, ਹਾਂ ਬਸ ਸਭ ਕੁਝ ਹੀ ਖਤਮ ਹੋ ਜਾਣਾ, ਖੇਡ ਹੀ ਖਤਮ ਹੋ ਜਾਣੀ ਆ। ਸਮਾਂ ਨਹੀਂ ਰੁਕਣਾ, ਸਵਾਸ ਨਹੀਂ ਰੁਕਣੇ, ਨਿਰੰਤਰ ਚੱਲਦਾ। ਆ ਸਰੀਰ ਦੇ ਸਵਾਸ ਵੀ ਨਿਰੰਤਰ ਚੱਲਦੇ ਨੇ। ਕਦੇ ਵੀ ਗੁਰਮੁਖੋ ਹਰ ਵੇਲੇ ਹਰ ਸਮੇਂ ਸਿਮਰਨ ਕਰਿਆ ਕਰੀਏ। ਕਿਉਂਕਿ ਜਿਹੜੇ ਸਵਾਸ ਨੇ ਨਾ, ਸਵਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਸਵਾਸ ਸਵਾਸ ਸਿਮਰਨ ਕਰੋ। ਕਿਉਂਕਿ ਪਾਤਸ਼ਾਹ ਬਾਣੀ ਪੜ੍ਹਦੇ ਨੇ ਹਰ ਵੇਲੇ। ਆ ਪੜਿਓ ਜਰਾ ਨਾਲ ਦੀ। ਸਵਾਸ ਸਵਾਸ ਦੇ ਗੇੜੇ ਸਿਮਰੋ ਵਾਹਿਗੁਰੂ, ਸਵਾਸ ਸਵਾਸ ਦੇ ਗੇੜੇ ਸਿਮਰੋ ਵਾਹਿਗੁਰੂ। ਸਵਾਸ ਸਵਾਸ ਦੇ ਗੇੜੇ ਸਿਮਰੋ ਵਾਹਿਗੁਰੂ। ਸਵਾਸ ਸਵਾਸ ਦੇ ਗੇੜੇ ਸਿਮਰੋ ਵਾਹਿਗੁਰੂ। ਸਾਸ ਸਾਸ ਦੇ ਗੇੜੇ ਸਿਮਰੋ ਵਾਹਿਗੁਰੂ। ਸਵਾਸ ਸਵਾਸ ਦੇ ਗੇੜੇ ਸਿਮਰੋ ਵਾਹਿਗੁਰੂ। ਸਵਾਸ ਸਵਾਸ ਦੇ ਗੇੜੇ ਸਿਮਰੋ ਵਾਹਿਗੁਰੂ। ਸਵਾਸ ਸਵਾਸ ਦੇ ਗੇੜੇ ਸਿਮਰੋ ਵਾਹਿਗੁਰੂ। ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ। ਬਾਣੀ ਗੁਰੂ ਗੁਰੂ ਹੈ ਬਾਣੀ। ਬਾਣੀ ਗੁਰੂ ਗੁਰੂ ਹੈ ਬਾਣੀ। ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ।
ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਅੰਮ੍ਰਿਤ ਸਾਰੇ ਵਿੱਚ ਬਾਣੀ ਅੰਮ੍ਰਿਤ ਸਾਰੇ ਵਿੱਚ ਬਾਣੀ ਅੰਮ੍ਰਿਤ ਸਾਰੇ ਵਿੱਚ ਬਾਣੀ ਅੰਮ੍ਰਿਤ ਸਾਰੇ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਅੰਮ੍ਰਿਤ ਸਾਰੇ ਵਿੱਚ ਬਾਣੀ ਅੰਮ੍ਰਿਤ ਸਾਰੇ ਮਹਾਰਾਜ ਕਹਿੰਦੇ ਬਾਣੀ ਗੁਰੂ ਹੈ ਔਰ ਗੁਰੂ ਹੀ ਬਾਣੀ ਹੈ। ਫਿਰ ਸੁਣਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੀ ਗੁਰੂ ਹੈ ਔਰ ਗੁਰੂ ਹੀ ਬਾਣੀ ਹੈ। ਵਿੱਚ ਬਾਣੀ ਅੰਮ੍ਰਿਤ ਸਾਰੇ, ਇਸ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਸਾਰੇ ਹੀ ਅੰਮ੍ਰਿਤ ਨੇ। ਜਿਹੜੇ ਬਾਹਰ ਲੱਭਦੇ ਆ ਨਾ ਉਹ ਸਾਰੇ ਅੰਮ੍ਰਿਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਚ ਨੇ। ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਗੁਰਬਾਣੀ ਕਹੈ ਸੇਵਕ ਜਨ ਮਾਨੈ ਗੁਰਬਾਣੀ ਕਹੇ ਸੇਵਕ ਜਨ ਮਾਨੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਗੁਰਬਾਣੀ ਕਹੈ ਸੇਵਕ ਜਨ ਮਾਨੈ ਗੁਰਬਾਣੀ ਕਹੇ ਸੇਵਕ ਜਨ ਮਾਨੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿ ਰਹੀ ਹੈ, ਜੋ ਸਤਿਗੁਰੂ ਜੀ ਗੁਰਮੁਖੋ ਸਾਨੂੰ ਉਪਦੇਸ਼ ਕਰ ਰਹੇ ਨੇ, ਜੋ ਗੁਰੂ ਜੀ ਸਾਨੂੰ ਗੁਰਮੁਖੋ ਹੁਕਮ ਦੇ ਰਹੇ ਨੇ, ਉਹ ਆਪਾਂ ਕਿਤੇ ਮੰਨ ਲਈਏ। ਗੁਰਬਾਣੀ ਕਹੈ ਸੇਵਕ ਜਨ ਮਾਨੈ। ਫਿਰ ਮਹਾਰਾਜ ਕਹਿੰਦੇ ਪ੍ਰਤੱਖ ਗੁਰੂ ਨਿਸਤਾਰੇ 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 ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਨੂੰ ਬਾਣੀ ਮੰਨੂ, ਬਾਣੀ ਨੂੰ ਹੀ ਗੁਰੂ ਮੰਨੇਗਾ। ਗੁਰੂ ਪਾਤਸ਼ਾਹ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ। ਮੰਨ ਲਵੇ ਸੇਵਕ ਪ੍ਰਤੱਖ ਗੁਰੂ ਨਿਸਤਾਰੇ। ਪਾਤਸ਼ਾਹ ਸਾਰੇ ਹੀ ਨਿਸਤਾਰੇ ਪ੍ਰਤੱਖ ਰੂਪ ਵਿੱਚ ਕਰ ਦਿੰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਨਿਸਤਾਰੇ ਸਭ ਕੁਝ ਮਹਾਰਾਜ ਆਪ ਕਰਦੇ ਨੇ, ਕਿਉਂਕਿ ਸੰਤਾਂ ਕੇ ਕਾਰਜ ਆਪ ਖਲੋਇਆ। ਹਰ ਕੰਮ ਕਰਾਵਣ ਆਇਆ ਰਾਮ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ। ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ। ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਬਸੂਰੇ। ਪੂਰਨ ਪੁਰਖ ਅਚੁੱਤ ਅਵਿਨਾਸੀ ਜਸ ਵੇਦ ਪ੍ਰਾਨੀ ਗਾਇਆ। ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ। ਉਹ ਆਪਣਾ ਬਿਰਧ ਰੱਖਦਾ, ਉਹ ਸਾਧ ਸੰਗਤ ਨਿਸਤਾਰੇ ਪ੍ਰਤੱਖ ਕਰਦਾ। ਕਦੋਂ? ਜਦੋਂ ਗੁਰਮੁਖੋ ਆਪਣਾ ਨਿਸ਼ਚਾ, ਆਪਣਾ ਪ੍ਰੇਮ, ਆਪਣਾ ਪਿਆਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਣ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਆਪਣਾ ਪ੍ਰੇਮ ਪਿਆਰ ਗੁਰੂ ਦੇ ਨਾਲ ਬਣ ਗਿਆ, ਸਤਿਗੁਰ ਦੇ ਨਾਲ ਬਣ ਗਿਆ, ਫਿਰ ਮਹਾਰਾਜ ਕਹਿੰਦੇ ਉਹ ਆਪ ਸਹਾਈ ਹੋਆ ਸੱਚੇ ਕਾ ਸੱਚਾ ਢੋਆ। ਫਿਰ ਤਾਂ ਆਪ ਸਹਾਈ ਹੋ ਜਾਂਦਾ, ਆਪ ਰੱਖਿਆ ਕਰਦਾ। ਆਪ ਗੁਰਮੁਖੋ ਭਗਤਾਂ ਦੇ ਸੇਵਕਾਂ ਦੇ ਕਾਰਜ ਆਪ ਨਾਲ ਹੋ ਕੇ ਕਰਦਾ। ਪਰ ਇੱਕ ਵਾਰੀ ਗੁਰਮੁਖੋ ਉਹਦਾ ਬਣਨਾ ਪਵੇਗਾ। ਇੱਕ ਵਾਰੀ ਗੁਰਮੁਖੋ ਸਤਿਗੁਰ ਜੀ ਦਾ ਬਣਨਾ ਪਵੇਗਾ। ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀ। ਇੱਕ ਵਾਰੀ ਕਹਿ ਦੇ ਸੱਚੇ ਪਾਤਸ਼ਾਹ
ਜੋ ਵੀ ਕੁਛ ਹੈ ਸਭ ਕੁਛ ਤੇਰਾ, ਜਿਹੜਾ ਕੁਛ ਵੀ ਹੈ ਸਾਰਾ ਕੁਛ ਤੇਰਾ, ਜੋ ਮੈਂ ਕਰਨਾ ਉਹ ਤੁਹਾਡੀ ਕਿਰਪਾ ਤੋਂ ਬਿਨਾ ਹੋ ਨਹੀਂ ਸਕਦਾ। ਇਹ ਅਰਦਾਸ ਹੈ ਗੁਰਮੁਖੋ ਸਤਿਗੁਰ ਦੇ ਚਰਨਾਂ ਤੇ। ਸੱਚੇ ਪਾਤਸ਼ਾਹ ਮੇਰਾ ਕੁਛ ਵੀ ਨਹੀਂ ਇਸ ਸੰਸਾਰ ਤੇ, ਮੇਰਾ ਕੁਛ ਵੀ ਨਹੀਂ ਹੈ, ਜੋ ਕੁਛ ਕਰਨਾ ਮੈਂ ਉਹ ਤੁਹਾਡੀ ਕਿਰਪਾ ਤੋਂ ਬਿਨਾ ਹੋ ਨਹੀਂ ਸਕਦਾ। ਕੀਤਾ ਲੋੜੀਏ ਕੰਮ ਸੁਹਰ ਪੈ ਆਖੀ ਕਹਿ ਦੇ ਸਤਿਗੁਰ ਨੂੰ, ਇਹ ਕਹਿ ਦੇ ਸਤਿਗੁਰ ਨੂੰ ਗੁਰਮੁਖੋ, ਇਹ ਸਮਰਪਣ ਕਰ ਦੇ। ਸੱਚੇ ਪਾਤਸ਼ਾਹ ਮੈਂ ਕੁਛ ਨਹੀਂ ਕਰ ਸਕਦਾ, ਕਰਨਹਾਰ ਤੁਸੀਂ ਹੋ। ਕੀਤਾ ਲੋੜੀਏ ਕੰਮ ਸੁਹਰ ਪੈ ਆਖੀ ਹੈ, ਸਤਿਗੁਰ ਨੂੰ ਕਹਿ। ਫਿਰ ਕੀ ਮਹਾਰਾਜ ਕਰਨਗੇ? ਕਾਰਜ ਦੇਹੋ ਸਵਾਰ ਸਤਿਗੁਰ ਸੱਚ ਸਾਖੀ ਹੈ। ਸਾਖੀ ਹੈ। ਫਿਰ ਮਹਾਰਾਜ ਸਾਰੇ ਕਾਰਜ ਆਪ ਸਵਾਰ ਦਿੰਦੇ ਨੇ, ਆਪ ਅੰਗ ਸੰਗ ਹੋ ਕੇ ਵਿੱਚ ਖੜ ਕੇ ਆਪ ਕੰਮ ਕਰਦੇ ਨੇ। ਕਿਉਂਕਿ ਗੁਰਮੁਖੋ ਗੁਰੂ ਤੋਂ ਬਿਨਾ ਕੁਝ ਵੀ ਹੋ ਨਹੀਂ ਸਕਦਾ। ਜੋ ਕੁਝ ਵੀ ਹੋ ਰਿਹਾ ਹੈ ਸਾਰਾ ਕੁਝ ਗੁਰੂ ਦੀ ਕਿਰਪਾ ਨਾਲ ਹੋ ਰਿਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋ ਕੁਝ ਵੀ ਹੋ ਰਿਹਾ ਗੁਰੂ ਦੀ ਕਿਰਪਾ। ਸਰੀਰ ਗੁਰਮੁਖੋ ਕੀ ਕਰ ਸਕਦਾ? ਇਹ ਤਾਂ ਇੱਕ ਸਾਨੂੰ ਮਹਾਰਾਜ ਨੇ ਆ ਦੋ ਪੈਰ ਨੇ ਨਾ ਸਾਨੂੰ ਦਿੱਤੇ, ਇੱਕ ਪੈਰ ਆਪਣੀ ਮਰਜ਼ੀ ਨਾਲ ਪੱਟ ਸਕਦੇ ਆ, ਚੱਕ ਲਿਓ, ਚੱਕਿਆ ਜਾ ਸਕਦਾ ਨਾ। ਪਰ ਜੇ ਦੂਜਾ ਪੈਰ ਚੱਕਣਾ ਹੋਵੇ ਤਾਂ ਪਹਿਲਾ ਪੈਰ ਚੱਕਿਆ ਥੱਲੇ ਰੱਖਣਾ ਪੈਣਾ, ਤਾਂ ਦੂਜਾ ਪੈਰ ਚੱਕ ਸਕਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਚੱਕ ਸਕਦੇ ਆ। ਪਾਤਸ਼ਾਹ ਨੇ ਤਾਂ ਸਾਨੂੰ ਗੁਰਮੁਖੋ ਆ ਸਰੀਰ ਦੇਤਾ। ਮਹਾਰਾਜ ਕਹਿੰਦੇ ਹੁਣ ਚੰਗੇ ਕਰਮ ਕਰ ਮਾੜੇ ਕਰ, ਇਹ ਤੇਰੀ ਮਰਜ਼ੀ ਆ, ਪਰ ਯਾਦ ਰੱਖੀ ਲੇਖਾ ਦੇਣਾ ਤੈਨੂੰ ਪੈਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੇਖਾ ਦੇਣਾ ਤੈਨੂੰ ਪੈਣਾ। ਚੰਗੇ ਕਰਮ ਕਰ ਮਾੜੇ ਕਰ, ਚੰਗੇ ਕਰੇਗਾ ਫਲ ਚੰਗੇ ਮਿਲਣਗੇ, ਫਲਾਂ ਦੇ ਬੂਟੇ ਬੀਜਾਂਗੇ। ਮੈਂ ਜਿੱਥੋਂ ਆਰੰਭਤਾ ਕੀਤੀ ਸੀ, ਗੁਰਮੁਖੋ ਫਲਾਂ ਦੇ ਬੂਟੇ ਬੀਜਾਂਗੇ ਮਿੱਠੇ ਫਲ ਮਿਲ ਜਾਣਗੇ। ਜੇ ਗੁਰਮੁਖੋ ਕਿੱਕਰ ਦਾ ਬੀਜ ਬੀਜਤਾ ਤਾਂ ਕੰਡੇ ਹੀ ਮਿਲਣੇ ਨੇ, ਉੱਥੇ ਫਲ ਨਹੀਂ ਮਿਲਣੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿੱਕਰਾਂ ਦੇ ਕਦੇ ਗੁਰਮੁਖੋ ਫਲ ਨਹੀਂ ਮਿਲਦੇ, ਨਾ ਚੰਗੇ ਫਲ ਮਿਲਦੇ ਨੇ, ਮਿੱਠੇ ਫਲ ਮਿਲਦੇ ਨੇ। ਕਿਤੇ ਕੋਈ ਚੰਗੇ ਫਲਾਂ ਦੇ ਬੂਟੇ ਲਾ। ਆ ਕਿੱਕਰਾਂ ਨੂੰ ਵੀ ਫੁੱਲ ਲੱਗੇ ਹੁੰਦੇ ਨੇ, ਕੋਈ ਰਾਖੀ ਕਰਦਾ? ਕਿਉਂ ਗੁਰਮੁਖੋ? ਕਿੱਕਰਾਂ ਨੂੰ ਬੜੇ ਫੁੱਲ ਲੱਗੇ ਹੁੰਦੇ ਨੇ। ਸਾਡੇ ਵਿਹੜੇ 'ਚ ਕਿੱਕਰ ਹੁੰਦੀ ਸੀ ਉੱਥੇ ਜੰਡਿਆਲੀ, ਜਿੱਥੇ ਮਹਾਂਪੁਰਖ ਪਹਿਲਾਂ ਰਹਿੰਦੇ ਹੁੰਦੇ ਸੀ, ਫੁੱਲ ਲੱਗੇ ਹੁੰਦੇ ਜੀ, ਕੋਈ ਨਹੀਂ ਰਾਖੀ ਕਰਦਾ। ਪਰ ਕਿਤੇ ਬਾਗ 'ਚ ਲੱਗੇ ਹੋਣ, ਕਰਦੇ ਆ ਨਾ ਰਾਖੀ, ਵੀ ਤੋੜ ਨਾ ਲਵੇ, ਮੁਰਝਾ ਨਾ ਜਾਣ, ਪਾਣੀ ਟਾਈਮ ਨਾਲ ਸਾਰਾ ਕੁਝ ਕਰੀਦਾ ਕਿ ਨਹੀਂ ਕਰੀਦਾ? ਕਿੱਕਰਾਂ ਦੇ ਫੁੱਲਾਂ ਦੀ ਕੋਈ ਰਾਖੀ ਨਹੀਂ ਕਰਦਾ। ਪਰ ਜਿਹੜੇ ਕਿਸੇ ਦੇ ਸਮਰਪਿਤ ਲੱਗ ਗਏ ਨਾ, ਉਹਦੀ ਰਾਖੀ ਕਰਨ ਵਾਲੇ ਗੁਰਮੁਖੋ ਬਹੁਤ ਹੁੰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੂੰ ਗੁਰੂ ਨਾਨਕ ਦੀ ਫੁੱਲਵਾੜੀ ਦਾ ਫੁੱਲ ਬਣ ਜਾ। ਗੁਰੂ ਨਾਨਕ ਪਾਤਸ਼ਾਹ ਆਪ ਰੱਖਿਆ ਕਰਨਗੇ, ਆਪ ਸੰਭਾਲ ਕਰਨਗੇ, ਆਪ ਆਪਦੇ ਆਪਣੇ ਸੇਵਕ ਕੀ ਆਪੇ ਰੱਖੈ। ਮੈਂ ਨਹੀਂ ਕਹਿ ਰਿਹਾ, ਬਾਣੀ ਕਹਿੰਦੀ ਹੈ ਆਪਦੇ ਸੇਵਕ ਦੀ ਉਹ ਆਪ ਰੱਖਦਾ। ਜੋਗੇ ਦੀ ਰੱਖੀ ਨਹੀਂ, ਹੁਸ਼ਿਆਰਪੁਰ ਰੱਖੀ ਹੈ ਨਾ, ਸਮਾਂ ਨਹੀਂ ਹੈ ਗੁਰਮੁਖੋ, ਬਹੁਤ ਲੰਬੇਰੀ ਸਾਖੀ ਆ। ਰੱਖੀ ਨਾ ਭਾਈ ਜੋਗੇ ਦੀ ਲਾਜ ਰੱਖੀ, ਆਪ ਪਹਿਰੇਦਾਰ ਬਣ ਕੇ ਖੜ ਗਿਆ ਨਾ। ਮੈਂ ਫਿਰ ਬੇਨਤੀ ਕਰਾਂ, ਮਿਲੂ ਐਡਾ ਗੁਰੂ ਕਿਤੇ ਜਿਹੜਾ ਆਪਣੇ ਸੇਵਕ ਦੀ, ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੇ। ਜੈ ਜੈਕਾਰ ਕਿਰਤ ਸੇਵਕ ਕੀ, ਚਾਹਾਂ ਤਹਾਂ ਉਠ ਧਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੇ। ਦਿਖਾਇਆ ਨਾ ਸਭ ਕੁਝ, ਪ੍ਰਤੱਖ ਦਿਖਾਤਾ। ਉਹ ਤੁਰਿਆ ਆਇਆ ਜੋਗਾ, ਮਨ ਵਿੱਚ ਭਾਵਨਾ ਗਲਤ ਬਣ ਗਈ। ਪਾਤਸ਼ਾਹ ਕਹਿੰਦੇ ਕੋਈ ਨਹੀਂ, ਤੇਰੇ ਮਨ ਦੀ ਭਾਵਨਾ ਗਲਤ ਬਣ ਗਈ, ਤੂੰ ਮੇਰੇ ਫੁਲਵਾੜੀ ਦਾ ਫੁੱਲ ਆ, ਤੇਰੀ ਰੱਖਿਆ ਕਰਨੀ। ਮਹਾਰਾਜ ਨੇ ਹੁਣ ਗੁਰਮੁਖੋ ਉਹਨਾਂ ਨੇ ਆਪਣਾ ਬਿਰਦ ਰੱਖਿਆ, ਆਪਣਾ ਬਿਰਦ ਰੱਖਿਆ ਪਰਮੇਸ਼ਰ। ਨਾਨਕ ਨਾਮ ਤੇ ਆਇਆ। ਫਿਰ ਗੁਰਮੁਖੋ ਆਪ ਸਤਿਗੁਰੂ ਪਰਮੇਸ਼ਰ ਪਰਮਾਤਮਾ ਉਹ ਹੁਸ਼ਿਆਰਪੁਰ ਉੱਥੇ ਆਪ ਗੁਰਮੁਖੋ ਐ ਪਹਿਰੇਦਾਰ ਬਣ ਕੇ ਗੇਟ ਤੇ ਖੜ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪ ਪਹਿਰੇਦਾਰ ਬਣ ਸਕਦਾ ਗੁਰਮੁਖੋ, ਉਹ ਕੋਈ ਵੱਡੀ ਗੱਲ ਨਹੀਂ। ਆਪਣੇ ਪਿਆਰਿਆਂ ਵਾਸਤੇ ਕੀ ਨਹੀਂ ਕਰਦਾ, ਸਭ ਕੁਝ ਕਰ ਸਕਦਾ। ਸਤਿਗੁਰ ਸਾਰਾ ਕੁਝ ਕਰਦਾ। ਉਹ ਤਾਂ ਆਪਣੇ ਪਿਆਰਿਆਂ ਵਾਸਤੇ ਪਹਿਰੇਦਾਰ ਬਣਨ ਨੂੰ ਤਿਆਰ ਆ। ਉਹ ਤਾਂ ਆਪਣੇ ਪਿਆਰਿਆਂ ਦੀ ਰੱਖਿਆ ਕਰਨ ਵਾਸਤੇ ਤੇਰੇ ਹਰ ਕਾਰਜ ਸਵਾਰਨ ਨੂੰ ਤਿਆਰ ਆ। ਕਿਤੇ ਤੂੰ ਵੀ ਉਹਦਾ ਬਣ ਜਾ। ਆ ਮਨ ਨੂੰ ਕਹੋ, ਮਨਾ ਤੂੰ ਵੀ ਉਹਦਾ ਬਣ ਜਾ। ਜਿੰਨਾ ਚਿਰ ਅਸੀਂ ਉਹਦਾ ਨਹੀਂ ਨਾ ਬਣਦੇ, ਯਾਦ ਰੱਖਿਓ
ਉਹ ਤਾਂ ਪਰਮੇਸ਼ਰ ਪਰਮਾਤਮਾ ਫਿਰ ਵੀ ਸਾਡੀ ਰੱਖਿਆ ਕਰਦਾ ਨਾ। ਦੁਨਿਆਵੀ ਤੌਰ ਤੇ ਕਿਸੇ ਦੇ ਮੜ ਜੇ ਆਪਾਂ ਕੋਈ ਬਰਖਲਾਫ ਕੋਈ ਬੋਲ ਦਈਏ ਨਾ, ਸਾਰੀ ਉਮਰ ਨਹੀਂ ਬੋਲਦਾ, ਸਾਰੀ ਉਮਰ ਨਹੀਂ ਗੁਰਮੁਖੋ ਗੱਲਾਂ ਬਾਤਾਂ ਕਰਦੇ ਨੇ ਨਾ ਕਣੀ, ਪਰ ਗੁਰੂ ਜੀ ਫਿਰ ਵੀ ਆਪਣੀ ਰੱਖਿਆ ਕਰਦੇ ਨੇ। ਜੇ ਸਿੱਖ ਭੁੱਲ ਵੀ ਜਾਵੇ ਨਾ, ਪਰ ਹੋਵੇ ਗੁਰੂ ਦਾ ਸਿੱਖ, ਜਾਣੇ ਗਲਤੀ ਹੁੰਦੀ ਹੈ, ਇੱਕ ਪਾਪ ਹੁੰਦਾ। ਮਹਾਂਪੁਰਖ ਕਹਿੰਦੇ ਹੁੰਦੇ ਸੀ ਬਾਬਾ ਜੀ, ਇੱਕ ਗਲਤੀ ਹੁੰਦੀ ਹੈ, ਇੱਕ ਪਾਪ ਹੁੰਦੀ ਹੈ। ਗਲਤੀ ਜਾਣੇ ਅਣਜਾਣੇ ਹੁੰਦੀ ਆ, ਪਾਪ ਜਾਣ ਬੁੱਝ ਕੇ ਬੰਦਾ ਕਰਦਾ। ਜਿਹੜਾ ਪਾਪ ਹੈ ਉਹ ਜਾਣ ਬੁੱਝ ਕੇ ਕਰਦਾ। ਪਾਪ ਨਾ ਕਰੀ, ਗਲਤੀ ਹੋ ਜਾਵੇ ਪਾਤਸ਼ਾਹ ਮਾਫ ਕਰ ਦੇਣਗੇ, ਉਹ ਆਪ ਰੱਖਿਆ ਕਰਨਗੇ। ਆਪਣੇ ਸੇਵਕ ਕੀ ਆਪੇ ਰੱਖੈ, ਉਹ ਆਪਣੇ ਸੇਵਕ ਦੀ ਰੱਖਿਆ ਆਪ ਕਰਦਾ। ਆਪਣੇ ਭਗਤਾਂ ਦੀ ਪੈਜ ਆਪ ਰੱਖਦਾ, ਹਰ ਜੁਗ ਜੁਗ ਭਗਤ ਉਪਾਇਆ, ਆਪਣੇ ਸੇਵਕ ਕੀ ਆਪੇ ਰੱਖੈ। ਬਾਣੀ ਗੁਰਮੁਖੋ ਸਾਰੀ ਜਦੋਂ ਪੜ੍ਹਦੇ ਆ ਨਾ, ਆਪਣੇ ਆਪ ਪਤਾ ਲੱਗਦਾ, ਸਾਰੀ ਬਾਣੀ ਹੀ ਸਾਨੂੰ ਸਮਝਾਉਣ ਵਾਸਤੇ ਆ। ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਆਪੇ ਨਾਮ ਜਪਾਉਂਦਾ, ਫਿਰ ਆਪਣੇ ਆਪ ਹੀ ਗੁਰਮੁਖੋ ਨਾਮ ਜਪਾਉਂਦਾ। ਬਾਕੀ ਮੇਰੇ ਵਰਗੇ ਫਿਰ ਤਾਂ ਕੀ ਕਰੀਏ ਜੀ, ਉੱਠ ਨਹੀਂ ਹੁੰਦਾ, ਸੌਂ ਜਾਈਦਾ ਜੀ, ਪਤਾ ਨਹੀਂ ਲੱਗਦਾ, ਅੰਮ੍ਰਿਤ ਵੇਲੇ ਫਿਰ ਜਾਗ ਨਹੀਂ ਆਉਂਦੀ, ਫਿਰ ਬਹਾਨੇ ਮਾਰਦਾ ਮੇਰੇ ਵਰਗਾ, ਨਹੀਂ ਜੀ ਉੱਠਿਆ ਨਹੀਂ ਜਾਂਦਾ। ਹਾਂ, ਬੁਰੇ ਕਾਮ ਕੋ ਉੱਠ ਖਲੋਇਆ। ਮੈਂ ਕਿਸੇ ਦੀ ਗੱਲ ਨਹੀਂ ਕਰਦਾ, ਆਪਦੀ ਗੱਲ ਕਰਦਾ, ਆਪਦੇ ਮਨ ਦੀ ਗੱਲ ਕਰਦਾ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਜਦੋਂ ਨਾਮ ਜਪਣ ਦਾ ਵੇਲਾ ਆਇਆ, ਮੇਰੇ ਵਰਗੇ ਨੂੰ ਗੁਰਮੁਖੋ ਜਾਗ ਹੀ ਨਹੀਂ ਆਉਂਦੀ। ਆਖੋ ਸਤਨਾਮ ਵਾਹਿਗੁਰੂ। ਨਾਮ ਜਪਣ ਵੇਲੇ ਜਾਗ ਨਹੀਂ ਆਉਂਦੀ ਮੇਰੇ ਵਰਗੇ ਨੂੰ। ਮਾੜੇ ਕਰਮ ਕਰਨ ਵਾਸਤੇ ਗੁਰਮੁਖੋ 3-3 4-4 ਵਜੇ ਵੀ ਅੱਖਾਂ ਖੁੱਲ ਜਾਂਦੀਆਂ ਨੇ। ਆਖੋ ਸਤਨਾਮ ਵਾਹਿਗੁਰੂ। ਇਸ ਕਰਕੇ ਗੁਰਮੁਖੋ ਗੁਰੂ ਦਾ ਬਣ ਜਾ। ਜਿੱਦਣ ਅਸੀਂ ਗੁਰੂ ਦੇ ਬਣ ਗਏ, ਫਿਰ ਜਿੱਦਣ ਪਰਮੇਸ਼ਰ ਪਰਮਾਤਮਾ ਦੇ ਬਣ ਗਏ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ, ਕਰ ਆਸਣ ਡਿਠੋ ਚਾਓ, ਦਾਤਾ ਕਰਤਾ ਆਪ ਤੋਂ ਤੁਸ ਦੇਵੈ ਕਰੇ ਪਸਾਉ। ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਆਪਾਂ ਆਪ ਜੀਵਨ ਸਫਲਾ ਕਰੀਏ। ਮਹਾਂਪੁਰਖ ਵੀ ਆ ਗਏ, ਆਓ ਗੁਰਮੁਖ ਉਹਨਾਂ ਤੋਂ ਗੁਰਬਾਣੀ ਕੀਰਤਨ ਦੀਵਾਨ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੀਏ। ਲੰਮਾ ਸਮਾਂ ਹੋ ਗਿਆ ਆਪ ਜੀ ਦੇ ਚਰਨਾਂ ਵਿੱਚ ਸੇਵਾ ਕਰਦਿਆਂ ਨੂੰ। ਗਲਤੀਆਂ ਭੁੱਲਾਂ ਚੁੱਕਾਂ ਮਾਫ, ਕੋਈ ਅੱਖਰ ਇਹੋ ਜਿਹਾ ਹੋਵੇ ਆਪ ਜੀ ਨੂੰ ਚੰਗਾ ਨਾ ਲੱਗਾ ਹੋਵੇ ਜਾਂ ਗੁਰਮਤਿ ਅਨੁਸਾਰ ਨਾ ਹੋਵੇ, ਉਸ ਨੂੰ ਭੁੱਲ ਜਾਓ, ਬਾਕੀ ਗ੍ਰਹਿਣ ਕਰੋ। ਚਰਨਾਂ ਦੇ ਨਾਲ ਜੁੜ ਕੇ ਇੱਕ ਹੱਥ ਜੋੜ ਕੇ ਫਿਰ ਬੇਨਤੀ ਕਿ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ। ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਆਪਾਂ ਸਾਰਿਆਂ ਨੇ ਆਪਣਾ ਜੀਵਨ ਸਫਲਾ ਕਰਨਾ। ਸਾਧੂਆਂ ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰਨੀ ਹੈ ਤੇ ਜੁੜਨਾ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ। ਜੋ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜ ਗਏ, ਉਹਨਾਂ ਦਾ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।